वाहेगुरु जी का खालसा वाहेगुरु जी की फतेह। सतगुरां दी पवित्र हजूरी विच दिन दे पिछले पहर दे दीवाना अंदर कदम कदम चलते हुए दूरों नेड़ियों हाजरियां भरदे समा सफल बना रहे हो। आओ जिन्ना भी वक्त गुरु कृपा सदका प्राप्त हो रहा है, प्रभु परमात्मा के गुणां का गायन करिए। सतगुरां दी पवित्र अते पावन कथा दे विचों आप जी ने सरवण कीता सी नूर शाह जादूगरनी ने जदों सतगुरां दी पहचान की, गुरु पातशाह जी ने अमृत बचन उचारण किया। गली असी चंगियां आचारी बुरियाह, मनहो कसुदा कालिया बाहर चटवियाह। इन्हां शब्दां द्वारा उन्हां लोकां दे हिरदियां नूं ठंडा ठार कर दिता। गुरु चरनामृत लई है, धर्मशाला बनाई, कर्म कांड ते पखंड छड्ड के सारी जिंदगी परमेश्वर दे नाम नूर शाह जादूगरनी ते ओहदियां सहेलियां ने लाई। काफ़ी समा सतगुरां ने इस इलाके विच बतीत किया, छोटे बड़े बड़े चोज वरताए। सुआओ गरीब नवाज सतगुरां दे उस पावन सफ़र ते चलीए। पाओ प्रेम दी सांझ, असीसां बख्शो, गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा मिया सदन पंकज बदन, मोकदन गत दैन। दीन दुनिया दे मालक गुरु नानक साहब जियां दी महिमा कवि संतोख सिंह कर रहे हैं। गुरु पातशाह किरपा दे घर ने, मोह नूं कट्टण वाले ने, हिरदे नूं सकून अते शांति देण वाले ने। ऐसे ने गुरु पातशाह दे चरण, जिन्ना जिन्ना ने सतगुरां दे चरण परसे ने, गुरु नानक साहब जी का ओट आसरा तके है, किरपा दे पात्र बन गए ने। चरण शरण तिन परनमम, दर्शन परसन चैन। जिन्हां दे दीदार कीतियां तो अंदर चैन मिल जाता है, शांति आ जाती है। कवि जी कहते मैं बलिहार जावां कुर्बान जावां, ऐसे सतगुरां दे चरनां तो आपां निशावर करदे हां। मेरी बारंबार बंदना है गरीब नवाज, किरपा करके दया करके अपनी कथा आप लिखवा लियो। असी कलयुगी जीव हाँ, तेरी महिमा नूं लिखना कोई खेड़ नहीं है, पर यह सब तेरी किरपा दे नाल ही हो रहा है। चरना ते बंदना करके प्रसंग की आरंभता करते हैं। श्री बाला सुंदर वाच चौपई, आगे गमने श्री गुरुपुरे, निज दर्शन जो देगत रूरे। भाई बाला जी गुरु अंगद दे पातशाह जी नूं ये पावन कथा
ਖਡੂਰ ਸਾਹਿਬ ਦੀ ਸੋਹਣੀ ਧਰਤੀ ਤੇ ਸੁਣਾ ਰਹੇ ਨੇ ਸੰਗਤਾਂ ਦੇ ਵਿੱਚ। ਜਦੋਂ ਅਸਾਮ ਦੇ ਲੋਕਾਂ ਦਾ ਉਧਾਰ ਕੀਤਾ ਹੈ, ਗੁਰੂ ਪਾਤਸ਼ਾਹ ਇੱਥੋਂ ਅੱਗੇ ਚੱਲ ਪਏ। ਹੁਣ ਸਤਿਗੁਰ ਜੀ ਹਰ ਨਗਰ, ਹਰ ਸ਼ਹਿਰ, ਹਰ ਇਲਾਕੇ ਵਿੱਚੋਂ ਗੁਜ਼ਰਦੇ ਨੇ। ਕਵੀ ਜੀ ਕਹਿੰਦੇ ਹਜ਼ਾਰਾਂ ਥਾਵਾਂ ਤੇ ਗੁਰੂ ਪਾਤਸ਼ਾਹ ਗਏ ਨੇ, ਪਰ ਸਾਰਿਆਂ ਨੂੰ ਲਿਖ ਦੇਣਾ ਕਹਿੰਦੇ ਇੰਨੀ ਪਹੁੰਚ ਮੇਰੀ ਨਹੀਂ ਹੈ। ਜਿੱਥੋਂ ਜਿੱਥੋਂ ਤੱਕ ਪ੍ਰਾਪਤ ਹੋਇਆ ਉੱਥੋਂ ਤੱਕ ਲਿਖ ਦਿੱਤਾ। ਮੋਟੇ ਮੋਟੇ ਪ੍ਰਸੰਗ ਲਿਖੇ ਆ ਜੋ ਉਂਗਲਾਂ ਤੇ ਗਿਣੇ ਜਾਣ ਵਾਲੇ, ਕਿਉਂਕਿ ਸਤਿਗੁਰਾਂ ਦੀ ਮਹਿਮਾ ਅਗਾਧ ਬਹੁਤ ਹੈ। ਅਸਾਮ ਦੀ ਨਗਰੀ ਤ੍ਰਿਆ ਰਾਜ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਾਥੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇ ਸਮੇਤ ਅਗਲੇ ਪੈਂਡੇ ਵੱਲ ਚੱਲੇ। ਸੈਂਕੜੇ ਫਕੀਰ ਤੇ ਗਰੀਬਾਂ ਦੀਆਂ ਝੁੱਗੀਆਂ ਝੋਪੜੀਆਂ ਆਉਂਦੀਆਂ ਨੇ, ਰਾਜੇ ਮਹਾਰਾਜਿਆਂ ਦੇ ਮਹਿਲ ਆਉਂਦੇ ਆ। ਜਿੱਥੇ ਦਿਨ ਛਿਪਦਾ ਰਾਤ ਕੱਟਦੇ, ਦਿਨ ਚੜ੍ਹਦਾ ਤੁਰ ਪੈਂਦੇ ਨੇ। ਬੜਿਆਂ ਦਾ ਉਧਾਰ ਕੀਤਾ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਭਰਥਰ ਆਸ਼ਰਮ ਜਹਾਂ ਸੁਹਾਵਨ, ਤਹਾਂ ਜਾਏ ਪਹੁੰਚੇ ਜਸ ਪਾਵਨ। ਕਿਰਪਾ ਦੇ ਘਰ ਸਤਿਗੁਰ ਚੱਲਦੇ ਚੱਲਦੇ ਇੱਕ ਬੀਆਬਾਨ ਜੰਗਲ ਨੂੰ ਪਾਰ ਕਰ ਗਏ। ਸ਼ਹਿਰ ਦੀ ਆਬਾਦੀ ਤੋਂ ਦੂਰ ਜੰਗਲਾਂ ਦੇ ਨੇੜੇ ਇੱਕ ਸਾਧੂ ਦਾ ਆਸ਼ਰਮ ਬਣਿਆ। ਆਸ਼ਰਮ ਮਤਲਬ ਡੇਰਾ। ਅੱਗੇ ਜਿਹੜੇ ਆਸ਼ਰਮ ਹੁੰਦੇ ਸੀ ਕੱਖਾਂ ਕਾਨਿਆਂ ਦੀਆਂ ਝੁੱਗੀਆਂ ਤੇ ਕੁੱਲੀਆਂ ਸਨ। ਕਹਿੰਦੇ ਆਸ਼ਰਮ ਬੜਾ ਸੋਹਣਾ ਬਣਾਇਆ ਹੋਇਆ ਹੈ। ਆਸੇ ਪਾਸੇ ਬਾੜਾਂ ਕੀਤੀਆਂ ਨੇ ਝਾੜੀਆਂ ਦੀਆਂ, ਕੰਡਿਆਂ ਦੀਆਂ, ਪਰ ਵਿੱਚ ਵਿਚਕਾਰ ਇੱਕ ਬਹੁਤ ਸੁੰਦਰ ਕੁਟੀਆ ਬਣਾਈ ਹੋਈ ਹੈ। ਛੋਟਾ ਜਿਹਾ ਉਹਦਾ ਦਰਵਾਜ਼ਾ ਰੱਖਿਆ ਖੁੱਲ੍ਹਾ ਜਾਈਏ। ਸਤਿਗੁਰ ਸੱਚੇ ਪਾਤਸ਼ਾਹ ਨੇ ਆਸ਼ਰਮ ਵੇਖਿਆ। ਮਰਦ ਕਹਿੰਦੇ ਵੇਖ ਮਰਦਾਨਿਆ ਕਿੰਨਾ ਸੋਹਣਾ ਮਹਿਲ ਹੈ। ਭਾਵੇਂ ਗਰੀਬ ਦੀ ਕੁੱਲੀ ਹੋਵੇ, ਜੇ ਘਰ ਪਰਿਵਾਰ ਵਿੱਚ ਏਕਾ ਤੇ ਪਿਆਰ ਹੈ, ਮਹਿਲਾਂ ਤੋਂ ਘੱਟ ਨਹੀਂ। ਉਸ ਵੇਲੇ ਭਾਈ ਮਰਦਾਨਾ ਜੀ ਪੁੱਛਦੇ, ਕਹਿੰਦੇ ਮਰਦ ਇਹ ਆਸ਼ਰਮ ਹੈ ਕਿਹਦਾ? ਤੁਸੀਂ ਤੇ ਜਾਣੀ ਜਾਣੋ, ਸਭ ਕੁਝ ਜਾਣਦੇ ਹੋ। ਮਰਦ ਕਹਿੰਦੇ ਇਹ ਹੈ ਭਰਥਰੀ ਦਾ। ਭਰਥਰੀ ਇੱਕ ਜੋਗੀ ਹੈ ਜੋ ਸਿੱਧਾਂ ਦੇ ਵਿੱਚ ਹੋਇਆ। ਕਦੇ ਭਾਰਤ ਦੇਸ਼ ਦਾ ਬਹੁਤ ਵੱਡਾ ਰਾਜਾ ਹੋਇਆ, ਰਾਜਾ ਭਰਥਰੀ। ਰਾਜ ਭਾਗ ਛੱਡ ਕੇ ਹਜ਼ਾਰਾਂ ਰਾਣੀਆਂ ਸੀ ਇਹਦੀਆਂ। ਫਕੀਰ ਹੋ ਗਿਆ, ਸਾਧੂ ਹੋ ਗਿਆ, ਦਲਗੀਰ ਹੋ ਗਿਆ। ਇਹ ਆਸ਼ਰਮ ਸੀ ਜੋਗੀ ਭਰਥਰੀ ਦਾ, ਜੋ ਇਕੱਲਾ ਹੀ ਰਹਿੰਦਾ ਹੈ। ਨਾ ਕੋਈ ਸੇਵਕ ਹੈ, ਨਾ ਕੋਈ ਚੇਲਾ। ਕਿਉਂਕਿ ਜਿਹੜੇ ਸਾਧੂ ਪੂਰੇ ਹੁੰਦੇ ਆ ਨਾ ਜੀ, ਉਹ ਕਦੇ ਕਿਸੇ ਨੂੰ ਆਪਣਾ ਚੇਲਾ ਨਹੀਂ ਬਣਾਉਂਦੇ, ਸੇਵਕ ਨਹੀਂ ਬਣਾਉਂਦੇ। ਉਹ ਕਹਿੰਦੇ ਮੈਂ ਤੇ ਆਪ ਸੇਵਕ ਪਰਮਾਤਮਾ ਪਰਮੇਸ਼ਵਰ ਪਿਆਰੇ ਦਾ ਹਾਂ, ਮੈਂ ਕਿਹਨੂੰ ਬਣਾਉਣਾ ਏ? ਉਹ ਗੁਲਾਮ ਨਹੀਂ ਬਣਾ ਸਕਦੇ ਕਿਸੇ। ਤੇ ਭਰਥਰੀ ਜੋਗੀ ਜੁੜਿਆ ਹੋਇਆ ਸੀ, ਇਸ ਕਰਕੇ ਕੋਈ ਚੇਲਾ ਵਾਲਕਾ ਨਹੀਂ ਉਹਦਾ। ਇਕੱਲਾ ਰਹਿੰਦਾ ਏ ਆਪਣੇ ਆਨੰਦ ਵਿੱਚ, ਆਪਣੀ ਮਸਤੀ ਵਿੱਚ। ਕਹਿੰਦੇ ਇਹ ਆਸ਼ਰਮ ਸੀ ਸੁੰਨਸਾਨ, ਇਕੱਲਾ ਰਹਿੰਦਾ ਏ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਭਰਥਰੀ ਬਾਰੇ ਥੋੜ੍ਹਾ ਬਹੁਤਾ ਸੁਣਿਆ ਹੋਇਆ ਹੈ। ਬੜੇ ਕਿੱਸੇ ਮਸ਼ਹੂਰ ਸਨ ਰਾਜੇ ਭਰਥਰੀ ਦੇ। ਐਡਾ ਸ਼ੌਕੀਨ ਰਾਜਾ ਸੀ ਆਪਣੀ ਜ਼ਿੰਦਗੀ ਦੇ ਵਿੱਚ। ਜਿੰਨਾ ਇਹ ਕੰਮ ਹੀ ਸੀ, ਜਿੰਨੀ ਮਾਇਆ ਸ਼ੌਹਰਤ ਦੌਲਤ ਇਹਨੇ ਹੰਢਾਈ ਹੈ, ਮੈਨੂੰ ਨਹੀਂ ਲੱਗਦਾ ਦੁਨੀਆ ਤੇ ਕਿਸੇ ਰਾਜੇ ਨੇ ਇੰਨਾ ਕੁਝ ਇਕੱਠਾ ਕੀਤਾ ਹੋਣਾ। ਪਰ ਛੱਡਤਾ ਇੱਕ ਪਲ ਵਿੱਚ ਹੀ ਸਾਰਾ ਕੁਝ। ਕਹਿੰਦੇ ਉਹ ਰਾਜਾ ਭਰਥਰੀ ਸਾਧੂ ਬਣ ਕੇ, ਦਰਵੇਸ਼ ਬਣ ਕੇ ਇਸ ਕੱਖ ਕੁੱਲੀ ਦੇ ਵਿੱਚ ਰਹਿ ਕੇ ਤਪ ਕਰਦਾ ਹੈ, ਤਪੱਸਿਆ ਕਰਦਾ ਹੈ। ਕਿਉਂਕਿ ਤਪੱਸਿਆ ਕਰਨ ਵਾਸਤੇ ਬਹੁਤਾ ਆੜ ਜਗਾੜ ਨਹੀਂ ਚਾਹੀਦਾ, ਇਕੱਲਾ ਘਰ ਚਾਹੀਦਾ, ਕਮਰਾ। ਗੁਰੂ ਸਾਹਿਬ ਬਾਹਰ ਖੜੇ ਰਹੇ, ਬੜੀ ਦੇਰ ਤੱਕ ਵੇਖਿਆ। ਇਸ ਆਸ਼ਰਮ ਦੇ ਵਿੱਚੋਂ ਕੋਈ ਨਿਕਲ ਕੇ ਆਵੇ, ਪਰ ਕੋਈ ਵੀ ਆਇਆ ਨਾ। ਜਿਹੇ ਮਨ ਹੈ ਸੋ ਸਗਰੋ ਦੇਸ਼ਾ, ਤ੍ਰਿਆ ਰਾਜ ਪੁਨ ਅਪਰ ਨਰੇਸ਼ਾ। ਕਿੱਡੀ ਵੱਡੀ ਵਡਿਆਈ ਆ ਉਸ ਵੇਲੇ ਯੋਗੀ ਭਰਥਰੀ ਦੀ, ਕਮਾਈ ਕੱਢੀ ਹੋਏਗੀ। ਕਹਿੰਦੇ ਪੂਰੇ ਦੇਸ਼ ਵਿੱਚ ਭਰਥਰੀ ਦਾ ਨਾਂ ਲੈ ਕੇ ਲੋਕੀ ਮੱਥਾ ਟੇਕਦੇ, ਰੋਟੀ ਖਾਂਦੇ ਆ। ਕਿਉਂਕਿ ਰਾਜਾ ਸੀ, ਕਦੇ ਧਰਮੀ ਸੀ। ਪਰ ਕਹਿੰਦੇ ਜਿਸ ਰਾਜ ਜੋ ਸਤਿਗੁਰ ਚੱਲ ਕੇ ਆਏ ਸੀ ਨਾ, ਤ੍ਰਿਆ ਰਾਜ, ਜਿੱਥੇ ਜਾਦੂਗਰਨੀਆਂ ਸੀ ਔਰਤਾਂ,
ਉਹ ਵੀ ਭਰਤਰੀ ਨੂੰ ਆਪਣਾ ਗੁਰੂ ਮੰਨਦੀਆਂ ਸੀ। ਜਦੋਂ ਸਿੱਧਾਂ ਦੀਆਂ ਸਿੱਧੀਆਂ ਲਾਉਂਦੀਆਂ ਸੀ ਨਾ, ਫਿਰ ਭਰਤਰੀ ਨੂੰ ਧਿਆਉਂਦੀਆਂ ਸੀ, ਉਹਦੇ ਮੰਤਰਾਂ ਨੂੰ ਚੇਤੇ ਕਰਦੀਆਂ ਸੀ। ਭਰਤਰੀ ਇੱਕ ਐਸਾ ਜੋਗੀ ਹੈ ਜਿਹਦੀ ਕਥਾ ਆਉਣ ਵਾਲੇ ਪ੍ਰਸੰਗਾਂ ਵਿੱਚ ਵੀ ਗੁਰੂ ਸਾਹਿਬ ਨਾਲ ਆਉਣੀ ਹੈ, ਸਿੱਧਾਂ ਦੀ ਗੋਸ਼ਟ ਚਰਚਾ ਵਿੱਚ ਵੀ। ਕਹਿੰਦੇ ਏਡੀ ਮਹਾਨਤਾ ਸੀ, ਪਰ ਐਡਾ ਮਹਾਨ ਪੁਰਸ਼ ਇਕੱਲਾ ਰਹੇ, ਇਹ ਸੱਚ ਹੈ। ਜ਼ਿੰਦਗੀ ਵਿੱਚ ਵੱਡੀਆਂ ਤਰੱਕੀਆਂ ਕਰਨ ਵਾਲੇ, ਮਾਰ ਕੇ ਮਾਰਨ ਵਾਲੇ, ਅਰਬਾਂ ਖਰਬਾਂ ਦੇ ਮਾਲਕ, ਪਤਾ ਕਰਿਓ ਆਪਣੇ ਜੀਵਨ ਵਿੱਚ ਇਕੱਲੇ ਹੀ ਹਨ। ਤੇ ਬਹੁਤੇ ਸ਼ੋਰ ਸ਼ਰਾਬਿਆਂ ਵਿੱਚ ਰਹਿਣ ਵਾਲਿਆਂ ਦੇ ਪੱਲੇ ਕੱਖ ਨਹੀਂ, ਸਿਰਫ ਦਿਖਾਵਾ ਹੁੰਦਾ ਹੈ। ਰਾਜ ਭਾਗ ਛੱਡ ਕੇ ਯੋਗੀ ਬਣਿਆ, ਸਾਧੂ ਬਣਿਆ ਭਰਤਰੀ। ਕਹਿੰਦੇ ਆਪਣੇ ਆਸ਼ਰਮ ਵਿੱਚ ਇਕੱਲਾ ਰਹਿੰਦਾ ਏ, ਕਦੇ ਮਾਣ ਹੀ ਕੋਈ ਨਹੀਂ ਵੀ ਇਹ ਦੇਸ਼ ਮੇਰਾ ਸੀ। ਅੱਜ ਨਹੀਂ ਹੈ, ਸੀ ਕਦੇ। ਇਸ ਧਰਤੀ ਤੇ ਮੇਰਾ ਰਾਜ ਰਿਹਾ ਹੈ, ਮੈਂ ਇੱਥੋਂ ਦਾ ਰਾਜਾ ਸੀ, ਮਾਈ ਬਾਪ ਸੀ ਲੋਕਾਂ ਦਾ, ਕੋਈ ਮਾਣ ਨਹੀਂ। ਰਾਜ ਮਹਿਲ ਛੱਡ ਕੇ ਕੱਖਾਂ ਦੀ ਕੁੱਲੀ ਵਿੱਚ ਰਹਿਣਾ ਕੋਈ ਖੇਡ ਨਹੀਂ ਹੈ, ਬੜਾ ਔਖਾ ਕੰਮ ਹੈ। ਪਰ ਕਹਿੰਦੇ ਆਪਣੀ ਜ਼ਿੰਦਗੀ 'ਚ ਇੰਨਾ ਸਕੂਨ ਸੀ, ਉਹਦੀ ਕੁਟੀਆ ਵਿੱਚ ਕੱਖ ਕਾਨਿਆਂ ਤੋਂ ਬਿਨਾਂ ਕਿਤੇ ਦਿਸਦਾ ਹੀ ਕੁਛ ਨਹੀਂ, ਸਿਰਫ ਇਕੱਲਾ ਹੈ। ਬੜੀ ਦੇਰ ਸਤਿਗੁਰ ਤਕਰੀਬਨ ਅੱਧਾ ਘੰਟਾ ਇਸ ਆਸ਼ਰਮ ਤੋਂ ਬਾਹਰ ਰੁਕੇ ਰਹੇ, ਕੋਈ ਹਲਚਲ ਨਾ ਹੋਈ, ਨਾ ਕੋਈ ਬੋਲਿਆ, ਨਾ ਕਿਸੇ ਬੁਲਾਇਆ ਏ। ਪੂਜਕ ਹੁਤੇ ਸਰਬ ਨਰ ਨਾਰੀ, ਮਹਿਮਾ ਜੋਗਨ ਕੀ ਤਹ ਭਾਰੀ। ਫਿਰ ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਕਿਰਪਾ ਕਰਕੇ ਦੱਸ ਹੀ ਦਿਓ ਭਰਤਰੀ ਹੈ ਕੌਣ ਹੈ। ਗੁਰੂ ਬਾਬਾ ਜੀ ਮੁਸਕਰਾ ਕੇ ਕਹਿੰਦੇ ਬੜਾ ਵੱਡਾ ਤਪਸਵੀ ਹੈ, ਯੋਗੀ ਹੈ, ਰੱਬ ਦਾ ਪਿਆਰਾ ਏ। ਇਸ ਇਲਾਕੇ ਦੇ ਵਿੱਚ ਜੇ ਰੱਬ ਦੀ ਪੂਜਾ ਹੁੰਦੀ ਹੈ ਤੇ ਭਰਤਰੀ ਦੇ ਰੂਪ 'ਚ ਹੁੰਦੀ ਹੈ। ਤੁਸੀਂ ਆਪ ਹਿਸਾਬ ਲਾਓ ਜੀ, ਜਿਹਦੇ ਘਰ ਦੇ ਦਰਵਾਜ਼ੇ ਤੇ ਰੱਬ ਆਪ ਖੜੇ ਨੇ, ਸਾਧੂ ਕੱਡਾ ਹੋਣਾ, ਆਖੋ ਸਤਨਾਮ। ਇਹ ਤੇ ਦੱਸਣ ਦੀ ਲੋੜ ਨਹੀਂ ਨਾ, ਉਹਦੀ ਤਪੱਸਿਆ ਘਾਲ ਕਮਾਈ ਕਿੱਡੀ ਵੱਡੀ ਹੋਏਗੀ, ਜਿੱਥੇ ਗੁਰੂ ਨਾਨਕ ਪਾਤਸ਼ਾਹ ਆਪ ਜਾ ਕੇ ਖੜੇ ਹੋ ਗਏ ਹੁਣ। ਯੋਗੀ ਭਰਤਰੀ ਦੇ ਬਾਰੇ ਗੁਰੂ ਸਾਹਿਬ ਨੇ ਦੱਸਿਆ, ਕਹਿੰਦੇ ਬਾਲਿਆ ਇਹਦੇ ਵਰਗਾ ਰਾਜਾ ਵੀ ਕੋਈ ਨਹੀਂ ਹੋਇਆ ਤੇ ਇਹਦੇ ਵਰਗਾ ਸਾਧੂ ਵੀ ਕੋਈ ਨਹੀਂ ਹੋਇਆ। ਦੋਨੇ ਪਾਸੇ ਐਂਡ ਕਰਾਇਆ ਪਿਆ, ਸਿਰਾ ਹੀ ਕਰਾਇਆ ਹੋਇਆ ਹੈ। ਜੇ ਸਾਧੂਆਂ ਵੱਲ ਵੇਖੀਏ ਤੇ ਰਾਜ ਭਾਗ, ਰਾਣੀਆਂ, ਹਾਥੀ ਘੋੜੇ, ਫੌਜਾਂ, ਦੇਸ਼ ਸਭ ਕੁਝ ਛੱਡ ਕੇ ਇੱਕ ਕਫਨ ਪਾਇਆ ਹੋਇਆ, ਖਫਣੀ, ਬਿਨਾਂ ਬਾਹਾਂ ਤੋਂ, ਬਿਨਾਂ ਜੇਬਾਂ ਤੋਂ, ਸਿਰਫ ਕੋਲ ਇੱਕ ਕਮੰਡਲ ਹੈ, ਚਿੱਪੀ ਹੈ, ਕੋਈ ਭਾਂਡਾ ਵੀ ਨਹੀਂ, ਕੋਈ ਰਸੋਈ ਨਹੀਂ, ਕੋਈ ਕਿਚਨ ਨਹੀਂ, ਕੋਈ ਵਾਸ਼ਰੂਮ ਨਹੀਂ, ਸਿਰਫ ਇੱਕ ਕੁਟੀਆ ਦੇ ਵਿੱਚ ਰਹਿੰਦਾ ਏ। ਪਾਣੀ ਵੀ ਉਹਨਾਂ ਕੀ ਬਰਤਨ 'ਚ ਲੈ ਕੇ ਆਉਂਦਾ ਜਿੰਨਾ ਵਰਤ ਲਿਆ ਜਾਂਦਾ, ਕੋਈ ਲਾਲਚੀ ਨਹੀਂ ਹੈ। ਭਾਈ ਬਾਲਾ ਜੀ ਕਹਿੰਦੇ ਮਰਦ ਫਿਰ ਤੇ ਬੜੀ ਮਹਾਨ ਆਤਮਾ ਹੈ। ਜੇ ਰਾਜਾ ਹੋ ਕੇ ਯੋਗੀ ਬਣ ਗਿਆ, ਸਾਧੂ ਬਣ ਗਿਆ, ਖੇਡ ਥੋੜੀ ਹੈ। ਇੱਥੇ ਤੇ ਅੱਜ ਕੱਲ੍ਹ ਦੇ ਸਾਧਾਂ ਦੇ ਹਾਲ ਵੇਖੋ, ਜਣਾ ਖਣਾ ਚੇਅਰਮੈਨ ਬਣਿਆ ਫਿਰਦਾ, 5-5 ਗੱਡੀਆਂ ਹੂਟਰ ਲਾਈ, ਪੁਲਿਸ ਲਈ ਫਿਰਦੇ, ਆਰਮੀ ਪਿੱਛੇ, ਸਿਕਿਉਰਿਟੀ। ਸਾਧਾਂ ਵਾਲੇ ਕੰਮ ਨੇ? ਨਹੀਂ। ਆ ਵੇਖੋ ਰਾਜਾ ਸਾਧ ਹੋ ਗਿਆ, ਯੋਗੀ ਬਣ ਗਿਆ। ਕਾਹਦੇ ਵਾਸਤੇ ਛੱਡਿਆ ਸਾਰਾ ਕੁਝ? ਸਿਰਫ ਰੱਬ ਦੀ ਪ੍ਰਾਪਤੀ ਵਾਸਤੇ। ਜ਼ਿੰਦਗੀ ਦਾ ਇੱਕੋ ਇੱਕ ਮਕਸਦ ਸੀ ਰਾਜੇ ਭਰਤਰੀ ਦਾ, ਯੋਗੀ ਦਾ, ਸਾਧੂ ਦਾ, ਵੀ ਮੈਨੂੰ ਪਰਮਾਤਮਾ ਜੇ ਮਿਲੇ ਤੇ ਮਿਲੇ ਸਾਖਸ਼ਾਤ, ਅੱਖਾਂ ਸਾਹਮਣੇ ਆ ਕੇ ਮਿਲੇ ਰੱਬ। ਉਹ ਸਮਾਂ ਵੀ ਆ ਗਿਆ ਜੀ। ਗੁਰੂ ਬਾਬਾ ਜੀ ਆਪਣੀ ਰਸਨਾ ਤੋਂ ਆਪ ਸਿਫਤਾਂ ਕਰਦੇ ਨੇ, ਕਹਿੰਦੇ ਭਾਈ ਬਾਲਿਆ ਇਸ ਸਾਧੂ ਵਰਗਾ ਇਸ ਇਲਾਕੇ 'ਚ ਸਾਧੂ ਕੋਈ ਨਹੀਂ। ਲੋਕ ਇਹਦੀ ਪੂਜਾ ਕਰਦੇ ਨੇ ਪਰ ਇਹ ਲੋਕਾਂ ਦੇ ਮੱਥੇ ਨਹੀਂ ਲੱਗਦਾ। ਕਿਉਂ ਨਹੀਂ ਜਾਂਦਾ? ਲੋਕਾਂ ਕੋਲ ਜਾਊਂ, ਲੋਕ ਮੱਥਾ ਟੇਕਣਗੇ, ਲੋਕੀ ਸਿਫਤਾਂ ਕਰਨਗੇ, ਆ ਲੋਕਾਂ ਦੀ ਮਾਇਆ, ਲੋਕਾਂ ਦੀਆਂ ਸਿਫਤਾਂ ਮੈਨੂੰ ਰੱਬ ਤੋਂ ਦੂਰ ਕਰਨਗੀਆਂ। ਇਸ ਲਈ ਜੰਗਲਾਂ ਦੇ ਵਿੱਚ ਆਸ਼ਰਮ ਬਣਾ ਕੇ, ਕੁਟੀਆ ਬਣਾ ਕੇ ਜ਼ਿੰਦਗੀ ਕੱਟਦਾ ਹੈ, ਬੜੇ ਆਨੰਦ 'ਚ ਵਸਦਾ ਏ। ਇਹ ਆਸ਼ਰਮ ਕੀ ਜਾਏ ਸਮੀਪਾ, ਬੈਸ ਗਏ ਬੇਦੀ ਕੁਲ ਦੀਪਾ। ਗੁਰੂ ਪਾਤਸ਼ਾਹ ਜੀ ਆਪ ਉਸ ਆਸ਼ਰਮ ਦੇ ਵਿੱਚ ਪ੍ਰਵੇਸ਼ ਹੋਏ, ਕਿਉਂਕਿ ਉਹਦੀ ਜਿਹੜੀ ਚਾਰ ਦੀਵਾਰੀ ਬਾਉਂਡਰੀ ਵਾਲ ਹੈ ਨਾ, ਉਹ ਝਾੜੀਆਂ ਤੋਂ ਹੈ, ਕੰਡਿਆਂ ਤੋਂ ਹੈ, ਉੱਥੋਂ ਹੀ ਪ੍ਰਾਪਤ ਕੀਤਾ ਹੋਇਆ ਸਾਰਾ ਕੁਝ। ਜਿਵੇਂ ਜੰਗਲਾਂ ਦੇ ਲੋਕ ਰਹਿੰਦੇ ਆ, ਕਹਿੰਦੇ ਵਿੱਚ ਵਿਚਾਲੇ ਜਿਹੜੀ ਕੁਟੀਆ ਬਣੀ ਸੀ, ਮਹਾਰਾਜ ਉਹਦੇ ਦਰਵਾਜ਼ੇ ਕੋਲ ਬਹਿ ਗਏ, ਖੁੱਲੇ ਅਸਮਾਨ ਥੱਲੇ, ਅੰਦਰ ਨਹੀਂ ਗਏ। ਜਦੋਂ ਘਰ ਦਾ ਮਾਲਕ ਘਰ ਨਹੀਂ, ਅੰਦਰ ਕਿਉਂ ਜਾਣਾ? ਇਹ ਸਿਆਣਪ ਹੈ।
ਲੱਖ ਕਿਸੇ ਦਾ ਤਾਲਾ ਖੁੱਲਾ ਹੋਵੇ, ਗਲਤੀ ਨਾਲ ਬੇਗਾਨੀ ਪੌੜੀ ਤੇ ਕਦੇ ਪੈਰ ਨਾ ਧਰੀਏ। ਇਹ ਕੌਨਸ਼ੀਅਸ ਹੈ, ਇਹ ਸਿਆਣਪ ਹੈ। ਬੇਗਾਨੀ ਪੌੜੀ ਤੇ ਪੈਰ ਨਹੀਂ ਰੱਖਣਾ ਤੇ ਬੇਗਾਨੀ ਦਹਲੀਜ਼ ਵਿੱਚ ਬਿਨਾਂ ਪਰਮਿਸ਼ਨ ਤੋਂ ਕਦੇ ਨਹੀਂ ਜਾਣਾ, ਭਾਵੇਂ ਕੋਠੀ ਦੇ ਮਾਲਕ ਅਸੀਂ ਵੀ ਕਿਉਂ ਨਾ ਹੋਈਏ, ਘਰ ਕਿਰਾਏ ਤੇ ਕਿਉਂ ਨਾ ਹੋਵੇ, ਨਹੀਂ ਜਾਣਾ। ਇਹ ਅਸੂਲ ਨੇ ਸਿੱਖ ਦੇ। ਗੁਰੂ ਪਾਤਸ਼ਾਹ ਵਿਹੜੇ 'ਚ ਆ ਕੇ ਬਹਿ ਗਏ, ਬਾਹਰ ਹੀ, ਪਰ ਉਸ ਆਸ਼ਰਮ ਵਿੱਚ ਨਹੀਂ ਗਏ ਜਿਸ ਆਸ਼ਰਮ ਦਾ ਦਰਵਾਜ਼ਾ ਹੀ ਕੋਈ ਨਹੀਂ। ਰਾਜਾ ਇਹ ਸਭ ਕੁਝ ਛੱਡ ਕੇ ਭਰਥਰੀ ਯੋਗ ਕਮਾਉਣ ਵਾਸਤੇ ਇੱਥੇ ਬੈਠਾ ਤੇ ਅੱਜ ਦਾ ਥੋੜੀ ਬੈਠਾ ਹੈ। ਪਤਾ ਨਹੀਂ ਕਿੰਨੇ ਕੁ ਸਾਲ ਹੋ ਗਏ, ਕਿੰਨੇ ਕੁ ਸਾਲ ਹੋ ਗਏ, ਉਮਰ ਵਡੇਰੀ ਹੋ ਗਈ ਹੈ। ਭਾਈ ਬਾਲਾ ਜੀ ਪੁੱਛਦੇ, ਕਹਿੰਦੇ ਮਹਾਰਾਜ ਇਸ ਆਸ਼ਰਮ ਦਾ ਮਾਲਕ ਤੇ ਦਿਸਦਾ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਫਕੀਰ ਸਾਧੂ ਆਪਣੀ ਮੌਜ ਦੇ ਹੁੰਦੇ ਕਿਤੇ ਵਿਚਰਨ ਗਏ ਹੋਣਗੇ, ਸੱਜੇ ਖੱਬੇ ਹੋਣਗੇ। ਉਹ ਕਿਹੜਾ ਕਿਸੇ ਤੋਂ ਡਰਦੇ ਆ ਜਾਂ ਕਿਸੇ ਲਈ ਜਿਉਂਦੇ ਆ, ਆਪਣੇ ਆਪ ਲਈ ਜਿਉਂਦੇ ਹਨ। ਸੋ ਕਿਤੇ ਕਾਜ ਵਹਿਰ ਕੋ ਨਿਕਸਾ, ਦੇਖਿਓ ਮੁਖ ਪੰਕਜ ਸਮ ਬਿਕਸਾ। ਪਰ ਹੁਣ ਇੱਥੇ ਭਰਥਰੀ ਗਏ ਕਾਦੇ ਵਾਸਤੇ ਨੇ? ਜੰਗਲਾਂ ਦੇ ਪੱਤੇ ਤੇ ਕੰਦ ਮੂਲ ਚੁਗਣ ਵਾਸਤੇ। ਪੱਤੇ ਖਾ ਗੁਜ਼ਾਰਾ ਕਰਦੇ ਸੀ। 36 ਪ੍ਰਕਾਰ ਦੇ ਭੋਜ ਭੋਗਣ ਵਾਲਾ ਪੱਤਿਆਂ ਤੇ ਗੁਜ਼ਾਰਾ ਹੈ ਤੇ ਔਖਾ ਨਾ, ਪਰ ਨਹੀਂ, ਮਨ ਮੰਨਣ ਦੀ ਗੱਲ ਹੈ। ਮਨ ਮੰਨ ਗਿਆ, ਮਿਰਚ ਮਸਾਲੇ ਵੀ ਮਿੱਟੀ ਨੇ। ਨਹੀਂ ਮੰਨਿਆ ਨਾ, ਡਾਕਟਰ ਕਹਿੰਦਾ ਛੱਡਣਾ ਬੜਾ ਔਖਾ ਹੈ। ਪਰ ਜਿੱਦਣ ਮਨ ਨੇ ਆਪ ਹੀ ਕਹਿਤਾ ਅੱਜ ਤੋਂ ਮਿੱਠਾ ਮੈਂ ਨਹੀਂ ਖਾਣਾ, ਲੈ ਕੋਈ ਮਿੱਠੀ ਚਾਹ ਪਿਲਾ ਕੇ ਵਿਖਾਏ। ਜਿਸ ਦਿਨ ਮਨ ਨੇ ਕਹਿਤਾ ਮੈਂ ਮਸਾਲਾ ਨਮਕ ਮਿਰਚ ਨਹੀਂ ਖਾਣਾ, ਜੰਕ ਫੂਡ ਨਹੀਂ ਖਾਣਾ, ਖਵਾ ਕੇ ਵਿਖਾਏ। ਜਿੱਦਣ ਮਨ ਮੰਨ ਗਿਆ ਨਾ, ਮੈਂ ਕੋਕ ਨਹੀਂ ਪੀਣਾ, ਕੋਲਡ ਡਰਿੰਕ ਨਹੀਂ ਪੀਣੇ, ਪਿਲਾ ਕੇ ਵਿਖਾਏ। ਕਹਿੰਦਾ ਨਿੰਬੂ ਪਾਣੀ ਲੈ ਆਓ। ਮਨ ਦੀ ਗੱਲ ਆ ਨਾ ਜੀ। ਤੇ ਜਿਹਦਾ ਨਹੀਂ ਮੰਨਿਆ ਹੁੰਦਾ, ਜਵਾਕਾਂ ਨੂੰ ਬੜਾ ਰੋਕੀਦਾ, ਚਾਕਲੇਟ ਨਾ ਦਿਓ, ਕੋਕ ਨਾ ਦਿਓ, ਉਹ ਚੋਰੀ ਖਾ ਪੀ ਲੈਂਦੇ ਆ। ਆਪਾਂ ਖਾਈ ਜਾਂਦੇ ਆ ਵੱਡੇ, ਕਿਉਂਕਿ ਮਨ ਦੀ ਗੱਲ ਹੈ। ਰੌਲਾ ਸਾਰਾ ਮੰਨਦਾ ਏ। ਕਹਿੰਦੇ ਉਹ ਫਕੀਰ ਬੜਿਆ ਹੋਇਆ ਪੱਤੇ ਚੁੱਕ ਕੇ ਆਇਆ ਸੀ, ਪੱਤੇ ਖਾ ਪੀ ਕੇ ਪੇਟ ਭਰਿਆ। ਜਦੋਂ ਕਹਿੰਦੇ ਇਸ ਆਸ਼ਰਮ ਦੇ ਕੋਲੇ ਆਇਆ ਨਾ, ਹੱਥ 'ਚ ਇੱਕ ਕਮੰਡਲ ਫੜਿਆ, ਭਗਵੇ ਜੇ ਕੱਪੜੇ ਪਾਏ ਹੋਏ, ਜਿਵੇਂ ਬੋਰੀ ਪਾਈ ਹੁੰਦੀ ਸਰੀਰ ਤੇ, ਬੇਰੰਗੇ ਜੇ ਕੱਪੜੇ ਮਿੱਟੀ ਵਰਗੇ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕਦਮ ਵੇਖਿਆ, ਕਹਿੰਦੇ ਉੱਚਾ ਲੰਬਾ ਕੱਦ ਭਰਥਰੀ ਦਾ, ਚਿਹਰੇ ਤੇ ਹਾਸਾ, ਲਾਲ ਸੂਹਾ ਰੰਗ, ਭਗਤੀ ਦਾ ਰੰਗ ਹੈ ਇਹ। ਇੱਥੇ ਕਈ ਆ ਭੁਲੇਖਾ ਪਾੜ ਲੈਂਦੇ, ਕਹਿੰਦੇ ਫਲਾਣੇ ਦੇ ਚਿਹਰੇ ਤੇ ਲਾਲੀ ਆ, ਉਹ ਭਾਈ ਕੋਲੈਸਟਰੋਲ ਚੈੱਕ ਕਰਾਵੇ ਤਾਂ ਆਈ ਹੋਈ ਹੈ, ਹਾਰਟ ਦੀ ਪ੍ਰੋਬਲਮ ਹੋਣੀ ਆ। ਹੁਣ ਅੱਜ ਕੱਲ੍ਹ ਚਿਹਰੇ ਤੇ ਲਾਲੀ ਜ਼ਿੰਦਗੀ ਨੂੰ ਖਤਰਾ। ਜਿਸ ਬੰਦੇ ਦਾ ਹਾਰਟ ਰੁਕਣ ਵਾਲਾ ਹੈ, ਪਹਿਲਾ ਦੂਜਾ ਅਟੈਕ ਆਉਣ ਵਾਲਾ ਹੈ, ਉਹਦੇ ਪਹਿਲੇ ਸਿੰਪਟਮ ਨੇ ਚਿਹਰਾ ਲਾਲ ਰਹੂਗਾ, ਸੁਰਖ ਅੱਜ ਦੇ ਸਮੇਂ। ਪਰ ਜਿਹਨਾਂ ਪੱਤੇ ਖਾਣੇ ਉਹਨਾਂ ਨੂੰ ਕਿੱਥੋਂ ਕੋਲੈਸਟਰੋਲ? ਨਾਮ ਦਾ ਸਰੂਰ ਹੁੰਦਾ ਸੀ ਚਿਹਰੇ ਤੇ। ਉੱਚਾ ਲੰਬਾ ਕੱਦ, ਪੈਰਾਂ 'ਚ ਖੜਾਵਾਂ ਪਾਈਆਂ ਹੋਈਆਂ ਨੇ। ਚੱਲ ਕੇ ਜਦੋਂ ਇਸ ਵਾਰਡ ਦੇ ਦਰਵਾਜ਼ੇ ਤੇ ਆਏ, ਉਹਦੀ ਪਹਿਲੀ ਨਜ਼ਰ ਪਈ ਗੁਰੂ ਨਾਨਕ ਪਾਤਸ਼ਾਹ ਤੇ। ਨਾਲ ਇੱਕ ਪਾਸੇ ਭਾਈ ਬਾਲਾ ਜੀ, ਇੱਕ ਪਾਸੇ ਭਾਈ ਮਰਦਾਨਾ ਜੀ ਬੈਠੇ ਨੇ। ਕੱਖਾਂ ਕਾਨਿਆਂ ਦੀ ਕੁਟੀਆ ਹੈ। ਉਹ ਵੇਖ ਕੇ ਗੁੱਸੇ ਨਹੀਂ ਹੋਇਆ ਵੀ ਮੇਰੀ ਮਲਕੀਅਤ ਵਿੱਚ ਕੌਣ ਬਹਿ ਗਿਆ, ਆਹੀ ਤੇ ਛੱਡਿਆ ਉਹਨੇ ਸਾਰਾ ਕੁਝ, ਰਾਜ ਭਾਗ ਛੱਡ ਆਇਆ ਉਹ ਤੇ। ਆਹ ਕੀ ਚੀਜ਼ ਹੈ? ਮਾਣ ਛੱਡਤਾ। ਕਹਿੰਦੇ ਹੌਲੀ ਹੌਲੀ ਅੰਦਰ ਆਇਆ, ਪਰ ਪਛਾਣਦਾ ਨਹੀਂ ਇਹ ਸਾਧੂ ਕੌਣ ਨੇ। ਖੁਸ਼ ਬੜਾ ਹੈ, ਕੋਈ ਸੰਤ ਵਿਹੜੇ ਆਏ ਨੇ, ਕੋਈ ਰੱਬ ਦੇ ਪਿਆਰੇ ਇੱਥੇ ਦਰਵੇਸ਼ ਆਏ ਨੇ। ਦੇਖ ਅਤੀਤ ਦਿਪਤ ਪ੍ਰਕਾਸ਼ਾ, ਧਰਿਓ ਸਰੂਪ ਮਨਹੁ ਸੁਖ ਰਾਸਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਵੇਖਿਆ ਨਜ਼ਰਾਂ ਭਰ ਕੇ, ਕਹਿੰਦੇ ਬੜਾ ਸੋਹਣਾ ਸੁੰਦਰ ਸਰੂਪ, ਪਿਆਰਾ ਜਿਹਾ ਚਿਹਰਾ, ਅਤੀਤ ਵੈਰਾਗੀ ਆਪਣੇ ਰੰਗ 'ਚ ਭਿੱਜਿਆ। ਕਦਮ 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 ਅੰਦਰ ਆਇਆ। ਵੇਖ ਭਾਈ ਮਰਦਾਨਾ ਤੇ ਬਾਲਾ ਜੀ ਖੜੇ ਹੋ ਗਏ, ਉੱਠ ਪਏ ਗੁਰੂ ਪਾਤਸ਼ਾਹ ਜੀ, ਐਡਾ ਸਤਿਕਾਰ। ਜਦੋਂ ਭਰਥਰੀ ਨੇ ਵੇਖਿਆ ਨਾ, ਇਹ ਦਰਵੇਸ਼ ਰੱਬ ਦੇ ਪਿਆਰੇ, ਇਹਨਾਂ ਦੇ ਚਿਹਰਿਆਂ ਤੇ ਲਾਲੀਆਂ ਨੇ, ਕੋਈ ਰੱਬੀ ਇਲਾਹੀ ਨੂਰ ਲੱਗਦੇ ਆ। ਕਹਿੰਦੇ ਆਪਣਾ ਕਮੰਡਲ ਰੱਖਿਆ, ਬੋਲਿਆ ਨਹੀਂ, ਦੋਨੇ ਹੱਥ ਜੋੜੇ, ਖੁਸ਼ ਹੈ। ਕੋਈ ਸਾਡੇ ਗਰੀਬਾਂ ਦੇ ਵਿਹੜੇ ਆਇਆ, ਵੈਰਾਗੀ, ਅਤੀਤ ਹੈ। ਅਤੀਤ ਉਹਨੂੰ ਕਹਿੰਦੇ ਆ ਜਿਹਨੂੰ ਜੱਗ ਦੀ ਪਰਵਾਹੀ ਕੋਈ ਨਹੀਂ ਜੀ, ਕਿਸੇ ਦੀ ਪਰਵਾਹ ਨਹੀਂ। ਅਸੀਂ ਗ੍ਰਸਤੀ ਹਾਂ,
ਸਾਨੂੰ ਪੈਰ ਪੈਰ ਤੇ ਪ੍ਰਵਾਹ ਸੀ, ਬੇਪਰਵਾਹੀ ਦੀਆਂ ਗੱਲਾਂ ਜ਼ਰੂਰ ਕਰਦੇ ਆ, ਪਰ ਹਰ ਪਲ ਸਾਨੂੰ ਤਮਾ ਲੱਗੀ, ਹਰ ਪਲ ਸਾਡਾ ਇੱਕ ਇੱਕ ਪਲ, ਇੱਕ ਇੱਕ ਸੈਕਿੰਡ ਤੜਫ ਤੜਫ ਕੇ ਲੰਘਦਾ ਹੈ। ਜਦੋਂ ਨੇ ਮਹਾਰਾਜ ਨੂੰ ਵੇਖਿਆ ਨਾ, ਗੁਰੂ ਪਾਤਸ਼ਾਹ ਨੇ ਉਹਨੂੰ ਵੇਖ ਲਿਆ, ਅੱਖਾਂ 'ਚ ਅੱਖਾਂ ਪਾਈਆਂ, ਉਹਨੇ ਇਸ਼ਾਰਾ ਕੀਤਾ, ਬੈਠ ਜਾਓ, ਬੈਠੋ। ਜੀ ਆਇਆਂ ਨੂੰ ਗੁਰੂ ਬਾਬਾ ਜੀ ਬੈਠੇ, ਭਾਈ ਬਾਲਾ ਤੇ ਭਾਈ ਮਰਦਾਨਾ ਜੀ ਬੈਠੇ। ਉਹਨੇ ਇੱਕ ਵਾਰ ਵੀ ਨਹੀਂ ਪੁੱਛਿਆ ਵੀ ਮੇਰੀ ਪਰਮਿਸ਼ਨ ਤੋਂ ਬਗੈਰ ਤੁਸੀਂ ਅੰਦਰ ਕਿਵੇਂ ਆਏ। ਕਿੱਡਾ ਵੱਡਾ ਗੁਣ ਹੈ। ਸਾਡਾ ਤੇ ਮਿੱਟੀ ਦਾ ਘਰ ਹੁੰਦਾ, ਇੱਟਾਂ ਪੱਥਰ ਮਿੱਟੀ ਹੈ, ਕੋਈ ਦਰਵਾਜ਼ੇ ਤੇ ਖੜਾ, ਹਾਂ ਓਏ ਇੱਥੇ ਕਿਵੇਂ, ਕਿਹਨੂੰ ਪੁੱਛ ਕੇ ਆਇਆ, ਗੱਡੀ ਕਿਹਨੇ ਪੁੱਛ ਕੇ ਖੜਾ ਲਈ, ਹੰਕਾਰ ਹੈ ਕਿਤੇ ਨਾ ਹਉਮੈ। ਭਰਥਰੀ ਇੱਕ ਰਾਜਾ ਸੀ, ਪਰ ਅੱਜ ਉਹ ਰਾਜਾ ਜਿਹਦੇ ਅੱਗੇ ਮੰਤਰੀ ਕੰਮ ਕਰਦੇ ਆ, ਜੋ ਨਾ ਸੁਣਨ ਦਾ ਆਦੀ ਨਹੀਂ, ਜੋ ਹਮੇਸ਼ਾ ਆਪਣੀ ਤਾਰੀਫ ਸੁਣਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੇਖ ਕੇ ਜਦੋਂ ਖਿੜਿਆ, ਖੁਸ਼ ਹੋਇਆ ਅੰਦਰੋਂ, ਤੇ ਮਹਾਰਾਜ ਵੀ ਖੁਸ਼ ਹੋ ਗਏ। ਇਹ ਹੁੰਦਾ ਦਿਲਾਂ ਨੂੰ ਦਿਲਾਂ ਦੇ ਰਾਹ। ਬੰਦਗੀ ਵਾਲਾ ਬੰਦਗੀ ਵਾਲੇ ਨੂੰ ਵੇਖ ਕੇ ਅੰਦਰੋਂ ਖਿੜਦਾ ਹੈ। ਅੱਜ ਦਾ ਸਿੱਖ ਨੂੰ ਵੇਖ ਕੇ ਕਹਿੰਦਾ, ਜੇ ਕਿਤੇ ਵਕਤ ਵਿਚਾਰ ਲਿਆ ਨਾ, ਜਾਂ ਤੂੰ ਨਹੀਂ ਜਾਂ ਮੈਂ ਨਹੀਂ। ਉਹ ਤੋਂ ਹਾਂਜੀ ਹਾਂਜੀ। ਗੁਰੂ ਬਾਬਾ ਜੀ ਕਹਿੰਦੇ, ਬੈਠੋ ਭਾਈ। ਪਰ ਉਹ ਪੁੱਛਣਾ ਚਾਹੁੰਦਾ ਹੈ, ਇਹ ਹੈ ਕੌਣ ਨੇ। ਜਰਨਲੀ ਪੁੱਛਣਾ ਚਾਹੁੰਦਾ ਹੈ, ਇਹ ਨਹੀਂ ਕੋਈ ਹਉਮੈ 'ਚ ਪੁੱਛਣਾ ਚਾਹੁੰਦਾ। ਉਹ ਪੁੱਛਣ ਦਾ ਕੋਈ ਮਕਸਦ ਆ ਉਹਦਾ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਵੱਲ ਵੇਖਿਆ, ਜਾਣਿਆ ਵੀ ਜਿਹੜੇ ਵਿੱਚ ਵਿਚਕਾਰ ਬੈਠੇ ਨੇ, ਇਹਨਾਂ ਦਾ ਜਾਹੋ ਜਲਾਲ ਜ਼ਿਆਦਾ ਏ, ਕਿਉਂਕਿ ਰੱਬੀ ਨੂਰ ਨੇ। ਪੂਰਾ ਇੱਦਾਂ ਦਾ। ਭਾਈ ਬਾਲਾ ਜੀ ਸ਼ਾਂਤ ਬੈਠੇ ਨੇ, ਭਾਈ ਮਰਦਾਨਾ ਜੀ ਇਹਨਾਂ ਵੱਲ ਵੇਖ ਰਹੇ ਨੇ। ਦੋਨੇ ਹੱਥ ਜੋੜ ਸਤਿਗੁਰਾਂ ਦੇ ਸਾਹਮਣੇ ਆ ਕੇ ਬੇਨਤੀ ਕਰਨ ਲੱਗਾ ਏ। ਮਸਤਕ ਅਜੁਤ ਲੋਚਨ ਲੋਨੇ, ਗਿਆਨ ਤਰਨ ਜਨ ਜਗ ਪ੍ਰਗਟਾਉਨੇ। ਮੱਥਾ ਟੇਕਿਆ ਸਤਿਗੁਰਾਂ ਦੇ ਚਰਨਾਂ ਤੇ। ਗੁਰੂ ਪਾਤਸ਼ਾਹ ਵੇਖ ਰਹੇ ਨੇ, ਕਹਿੰਦੇ ਵੱਡੇ ਵੱਡੇ ਨੈਣ ਅੱਖਾਂ, ਪਰਵੱਟੇ ਬਿਲਕੁਲ ਟੇਢੇ ਕਮਾਨ ਵਰਗੇ, ਮੱਥਾ ਚੌੜਾ ਜੋਗੀਆਂ ਵਰਗਾ। ਯੋਗੀ ਹੈ, ਸਾਧੂ ਹੈ। ਸਾਧੂ ਦੀ ਨਿਸ਼ਾਨੀ ਹੋਏਗੀ ਉਹਦਾ ਮਸਤਕ ਚੌੜਾ ਹੋਏਗਾ, ਵੱਟ ਨਹੀਂ ਹੋਣਗੇ। ਤੇ ਮੈਂ ਕਹਿੰਦਾ ਆਪਾਂ ਫੋਟੋ ਖਿਚਾ ਕੇ 20 ਵਾਰ ਫਿਲਟਰ ਲਾਈਦਾ ਵੀ ਯਾਰ ਜਿਹੜੀਆਂ ਮੱਥੇ ਤੇ ਪਈਆਂ ਝੁਰੜੀਆਂ ਜਿਹੀਆਂ ਮੁੱਕ ਜਾਣ, ਇਹ ਨਾ ਦਿਸਣ। ਇਹ ਦੁਖੀ ਬੰਦੇ ਦੀ ਨਿਸ਼ਾਨੀ ਆ, ਵੀ ਸੜਿਆ ਪਿਆ ਅੰਦਰੋਂ, ਚਮੜੀ ਵੀ ਉਦਾਂ ਦੀ ਹੋ ਗਈ ਹੈ। ਇਹ ਦੁੱਖ ਦੀ ਨਿਸ਼ਾਨੀ ਆ, ਮੱਥੇ ਤੇ ਵਲ ਪੈਣੇ। ਪਰ ਰੱਬ ਦੇ ਪਿਆਰਿਆਂ ਦਾ ਮੱਥਾ ਚੰਦਰਮਾ ਵਰਗਾ ਹੁੰਦਾ ਏ। ਸਤਿਗੁਰਾਂ ਨੇ ਨੈਣ ਭਰ ਕੇ ਉਹਦੇ ਵੱਲ ਵੇਖਿਆ, ਨੇਤਰ ਭਰ ਕੇ, ਤੇ ਭਰਥਰੀ ਨੇ ਅੱਖਾਂ ਮੜਕਾ ਕੇ ਮਰਜ ਨੂੰ ਤੱਕਿਆ। ਬੰਦਗੀ ਵਾਲਿਆਂ ਦਾ ਵੇਖੋ ਅੰਦਰ ਕੈਸਾ ਹੁੰਦਾ ਹੈ, ਕਿੰਨੇ ਪਿਆਰੇ ਨੇਤਰ ਹਨ। ਆਏ ਨਿਕਟ ਮੁਖ ਬਚਨ ਬਖਾਨਾ, ਕੌਣ ਦੇਸ਼ ਕਿਤ ਕਰਹੁ ਪਿਆਨਾ। ਸਤਿਗੁਰਾਂ ਦੇ ਕੋਲ ਬਹਿ ਕੇ ਨੇੜੇ ਆ ਕੇ ਹੱਥ ਜੋੜ ਕੇ ਪਤਾ ਕੀ ਕਹਿੰਦਾ, ਇੰਨੀ ਨਿਮਰਤਾ। ਆਪ ਜੀ ਕਿਸ ਦੇਸ਼ ਤੋਂ ਆਏ ਹੋ, ਕਿਸ ਦੇਸ਼ ਜਾਣਾ ਹੈ, ਤੇ ਕੌਣ ਹੋ ਤੁਸੀਂ। ਇਹ ਸ਼ਬਦ ਬੜੇ ਮਿੱਠੇ ਸਨ। ਬੋਲਦੇ ਆਪਾਂ ਵੀ, ਹਾਂ ਓਏ ਕਿੱਥੋਂ ਆਇਆ ਹੈ, ਅੱਛਾ ਪੁਲਿਸ ਵਾਲਾ, ਕਿੱਥੇ ਜਾਏਗਾ, ਆਈਡੀ ਕਾਰਡ ਵਿਖਾ। ਅਗਲਾ ਕਹਿੰਦਾ, ਯਾਰ ਤੂੰ ਬੰਦਾ ਏ ਜਦ ਐਂ ਤਾਂ। ਪਰ ਮਿੱਠੀ ਬੋਲੀ ਅੰਦਰੋਂ ਆ ਰਹੀ ਹੈ ਨਾ। ਕਹਿੰਦਾ, ਆਪ ਜੀ ਕਿੱਥੋਂ ਆਏ ਹੋ, ਕਿੱਥੇ ਜਾ ਰਹੇ ਹੋ। ਲੱਗਦਾ ਏ ਉਹਨਾਂ ਨੂੰ ਵੀ ਇਹ ਦਰਵੇਸ਼ ਸਾਧੂ ਫਕੀਰ ਕਿਸੇ ਸਫ਼ਰ ਤੇ ਨਿਕਲੇ ਹੋਏ ਨੇ, ਕੋਈ ਲੰਬਾ ਸਫ਼ਰ ਇਹ ਪੰਥ ਕਰਕੇ ਆ ਰਹੇ ਨੇ। ਗੁਰੂ ਬਾਬਾ ਜੀ ਨੂੰ ਬੜੇ ਪ੍ਰੇਮ ਨਾਲ ਭਿੱਜ ਕੇ ਉਹਨੇ ਸਤਿਕਾਰ ਸਹਿਤ ਪੁੱਛਿਆ, ਤੇ ਸਤਿਗੁਰਾਂ ਨੇ ਵੀ ਉਹ ਤੋਂ ਵੱਧ ਸਤਿਕਾਰ 'ਚ ਉੱਤਰ ਦਿੱਤਾ। ਇਹ ਦੁਨੀਆ ਹੈ ਜਨਾਬ, ਜੀ ਕਹੋ ਤੇ ਜੀ ਕਹਾ ਲਓ, ਇੱਜ਼ਤ ਦੇ ਦਿਓ ਤੇ ਇੱਜ਼ਤ ਲੈ ਲਓ। ਪਰ ਸਾਡੀ ਖੋਪੜੀ ਪੁੱਠੀ ਹੈ ਵੀ ਮੈਂ ਕਿਸੇ ਨੂੰ ਜੀ ਕਿੱਦਾਂ ਕਹਿ ਦਿਆਂ, ਲੋਕੀ ਮੇਰੇ ਪੈਰੀ ਹੱਥ ਲਾਉਣ, ਪਰ ਮੈਂ ਨਾ ਕਿਸੇ ਨੂੰ ਬੁਲਾਵਾਂ ਸਿੱਧੇ ਮੂੰਹ। ਕਿਸੇ ਨੇ ਤਾਂ ਇੱਥੋਂ ਦਾਣੇ ਲੈਣੇ ਜਾਂ ਮਖਾਣੇ ਲੈਣੇ। ਤੇਰੇ ਬੁਲਾਏ ਬਿਨਾ, ਤੈਨੂੰ ਮਿਲੇ ਬਿਨਾ ਵੀ ਅਗਲੇ ਦੀ ਜ਼ਿੰਦਗੀ ਵਧੀਆ ਗੁਜ਼ਰਦੀ ਹੈ, ਜ਼ਿੰਦਗੀ ਚੱਲ ਰਹੀ ਹੈ। ਦੱਸੋ ਕਿਹਦੇ ਬਿਨਾ ਗੱਡੀ ਖੜੀ ਇੱਥੇ, ਤੇ ਮਾਂ-ਬਾਪ ਬਿਨਾ ਸਰ ਜਾਂਦਾ, ਧੀਆਂ ਪੁੱਤਾਂ ਬਿਨਾ ਸਰ ਜਾਂਦਾ, ਤੇ ਬਗਾਨਾ ਕੀ ਚੀਜ਼ ਹੈ, ਇੱਕ ਵਹਿਮ ਹੈ। ਮੇਰੇ ਬਿਨਾ ਨਹੀਂ ਹੋਣਾ, ਮੇਰੇ ਬਿਨਾ ਉਹ ਨਹੀਂ ਹੋਣਾ। ਜਦੋਂ ਭਰਥਰੀ ਨੇ ਬੋਲ ਬੋਲੇ, ਮਰਦ ਕਹਿੰਦੇ, ਆਓ ਫਕੀਰੋ ਬੈਠੋ, ਜੀ ਆਇਆ ਨੂੰ। ਗੁਰੂ ਸਾਹਿਬ ਨੇ ਬੜੇ ਅਦਬ ਨਾਲ ਕੋਲ ਬਿਠਾਇਆ। ਭਾਵੇਂ ਕਿ ਘਰ ਭਰਥਰੀ ਦਾ ਏ, ਪਰ ਇਹ ਸਤਿਕਾਰ ਹੁੰਦਾ ਹੈ, ਅਦਬ ਹੁੰਦਾ ਏ। ਕਹਿੰਦੇ ਇਸ ਮੁਲਾਕਾਤ ਨੂੰ ਭਾਈ ਬਾਲਾ ਮਰਦਾਨਾ ਬੜੀ ਗੰਭੀਰਤਾ ਨਾਲ ਵੇਖ ਰਹੇ ਨੇ ਵੀ ਇਦਾਂ ਪਾਤਸ਼ਾਹ ਤੇ ਮਿਲਦੇ ਆ ਜਿੱਦਾਂ ਪਤਾ ਨਹੀਂ ਮੁੱਦਤਾਂ ਤੋਂ ਜਾਣਦੇ ਹੁੰਦੇ ਆ।
ਮਿਲੇ ਪਹਿਲੀ ਵਾਰ ਆ, ਮੁਲਾਕਾਤ ਪਹਿਲੀ ਹੈ। ਵੇਖ ਅਪੂਰਬ ਤੁਮਰੋ ਪਾਵਨ, ਕੀਜੈ ਆਪਣੋ ਨਾਮ ਬਤਾਵਨ। ਫਿਰ ਭਰਤਰੀ ਜੀ ਬੜੇ ਪਿਆਰ ਨਾਲ ਪੁੱਛਦੇ ਨੇ, ਆਪ ਜੀ ਦਾ ਲਿਬਾਸ ਬੜਾ ਸੋਹਣਾ ਹੈ, ਕਿਰਪਾ ਕਰਕੇ ਆਪ ਆਪਣਾ ਨਾਮ ਦਸੀਏ। ਕਿੰਨੀ ਇੱਜ਼ਤ ਹੈ ਜੀ, ਕਿੰਨਾ ਸਤਿਕਾਰ ਹੈ। ਇੱਥੇ ਤੇ ਚੋਲੇ ਵਾਲੇ ਨੂੰ ਚੋਲੇ ਵਾਲਾ ਨਹੀਂ ਜਰਦਾ, ਪੱਗ ਵਾਲੇ ਨੂੰ ਪੱਗ ਵਾਲਾ ਬਰਦਾਸ਼ਤ ਨਹੀਂ ਕਰਦਾ, ਕੁੜਤੇ ਪਜਾਮੇ ਵਾਲਾ ਕੁੜਤੇ ਪਜਾਮੇ ਵਾਲੇ ਨੂੰ ਦੇਖ ਕੇ ਰਾਜੀ ਨਹੀਂ। ਨਫ਼ਰਤੀ ਆ ਫਿਰਦਾ। ਪਰ ਸ਼ਰਾਬੀ ਸਾਡੇ ਨਾਲ ਚੰਗੇ, ਸ਼ਰਾਬੀ ਨੂੰ ਸ਼ਰਾਬੀ ਕਹਿੰਦਾ ਤੂੰ ਮੇਰਾ ਬਾਈ ਮੈਂ ਤੇਰਾ ਬਾਈ। ਤੇ ਗਿਆਨੀ ਗਿਆਨੀ ਦੇ ਗਲ ਪਿਆ ਫਿਰਦਾ, ਉਹ ਵੇਖੀ ਆ ਮੱਥਾ ਟੇਕਣ ਆਇਆ ਕਿਤੇ ਗ੍ਰੰਥੀ ਨਾ ਲੱਗ ਜੇ ਇੱਥੇ, ਮੈਨੂੰ ਨਾ ਕਢਾ ਦੇ। ਹਰੇਕ ਦੇ ਅੰਦਰ ਇਹੀ ਪਾਪ ਚੱਲੀ ਜਾਂਦਾ। ਕਿਉਂ? ਤੁਹਾਡੀ ਰੋਜ਼ੀ ਤੁਹਾਡਾ ਰਿਜ਼ਕ ਕੋਈ ਨਹੀਂ ਖੋ ਸਕਦਾ। ਜੇ ਪਰਮਾਤਮਾ ਨੇ ਦੇਣਾ ਤੇ ਜੰਗਲਾਂ 'ਚ ਵੀ ਦੇ ਦੇਣਾ। ਪਰ ਵੇਖੋ ਪਿਆਰ ਕਿੰਨਾ ਹੈ। ਲਿਬਾਸ ਵੇਖੋ ਨੇ ਮੱਥੇ ਵੱਟ ਨਹੀਂ ਪਾਇਆ ਵੀ ਮੈਂ ਐਡਾ ਵੱਡਾ ਜੋਗੀ, ਮੇਰਾ ਨਾਮ ਭਰਥਰੀ, ਮੈਂ ਰਾਜ ਭਾਗ ਛੱਡਿਆ। ਆ ਫਕੀਰ ਕੱਪੜੇ ਪਾਈ ਫਿਰਦੇ, ਮੈਥੋਂ ਉੱਪਰ ਪਾਈ ਫਿਰਦੇ ਨੇ, ਇਹ ਕੌਣ ਨੇ? ਸੜਿਆ ਨਹੀਂ, ਖੁਸ਼ ਹੋ ਗਿਆ ਵੇਖ ਕੇ। ਸਗੋਂ ਕਿਉਂ ਖੁਸ਼ ਹੋਇਆ? ਉਹਨੂੰ ਲੱਗਦਾ ਵੀ ਇਹ ਭਗਤੀ ਵਾਲਿਆਂ ਤੋਂ ਮੈਨੂੰ ਸਿੱਖਣ ਨੂੰ ਕੁਛ ਮਿਲੂਗਾ। ਭਾਈ ਬਾਲਾ ਜੀ ਕਹਿੰਦੇ ਮੈਂ ਮਰਜ ਦੇ ਮੁਖ ਵੱਲ ਵੇਖੀ ਗਿਆ ਵੀ ਭਰਤਰੀ ਜੀ ਗੁਰੂ ਸਾਹਿਬ ਨੂੰ ਬਚਨ ਕਰਦੇ ਆ, ਪੁੱਛਦੇ ਆ ਵੀ ਆਪ ਜੀ ਕਿੱਥੋਂ ਆਏ ਹੋ, ਕੀ ਤੁਹਾਡਾ ਲਿਬਾਸ ਹੈ, ਕਿੱਥੇ ਜਾਣਾ ਤੁਸੀਂ ਨੇ, ਨਾਮ ਕੀ ਹੈ? ਸਤਿਗੁਰ ਸੱਚੇ ਪਾਤਸ਼ਾਹ ਬਿਲਕੁਲ ਖਾਮੋਸ਼ ਅਤੇ ਸ਼ਾਂਤ ਰਹੇ। ਸੁਣੀਏ ਸ਼੍ਰੀ ਅੰਗਦ ਗੁਣ ਖਾਨੀ, ਗੁਰੂ ਰੁਖ ਦੇਖ ਕਹੀ ਮੈਂ ਬਾਨੀ। 2 ਵਾਰ ਭਰਤਰੀ ਜੀ ਨੇ ਗੁਰੂ ਨਾਨਕ ਸਾਹਿਬ ਜੀਆਂ ਨੂੰ ਇਹ ਸ਼ਬਦ ਪੁੱਛੇ, ਆਪ ਜੀ ਕਿੱਥੋਂ ਆਏ ਹੋ ਜੀ, ਕਿੱਥੇ ਜਾਣਾ ਹੈ ਤੁਸੀਂ ਨੇ, ਕੌਣ ਤੁਹਾਡਾ ਨਾਮ ਹੈ, ਕਿਹੜਾ ਤੁਹਾਡਾ ਵੇਸ ਹੈ? ਐ ਗੁਰੂ ਅੰਗਦ ਦੇਵ ਮਹਾਰਾਜ, ਮੈਂ ਗੁਰੂ ਬਾਬਾ ਜੀ ਦਾ ਚਿਹਰਾ ਪੜ੍ਹਿਆ ਵੀ ਸਤਿਗੁਰ ਜੀ ਇਸ ਗੱਲ ਦਾ ਜਵਾਬ ਆਪ ਨਹੀਂ ਮੇਰੇ ਤੋਂ ਦਬਾਉਣਾ ਚਾਹੁੰਦੇ ਆ, ਕੋਈ ਖਾਸ ਗੱਲ ਹੈ। ਕਹਿੰਦੇ ਉਸੇ ਵੇਲੇ ਮੈਂ ਉੱਠਿਆ, ਹੱਥ ਜੋੜੇ, ਮੈਂ ਕਿਹਾ ਮਹਾਂਪੁਰਖੋ ਆਪ ਜੀ ਨੇ ਪੁੱਛਿਆ ਸੀ ਕਿੱਥੋਂ ਆਏ ਆ? ਕਹਿੰਦੇ ਅਸੀਂ ਦੂਰੋਂ ਆਏ ਆ, ਬਹੁਤ ਦੂਰ ਤੋਂ। ਅੱਜ ਬੜੇ ਧਿਆਨ ਨਾਲ ਸੁਣਿਓ, ਜਿਸ ਧਰਤੀ ਤੇ ਅਸੀਂ ਬੈਠੇ ਆ ਨਾ, ਹੁਣ ਇਹ ਧਰਤੀ ਉਹੋ ਜਿਹੀ ਨਹੀਂ ਰਹੀ। ਕਦੇ ਇਹਦਾ ਨਾਮ ਸੀ, ਕਦੇ ਇਹਦੇ ਨਾਂ ਤੇ ਗੀਤ ਗਾਏ ਜਾਂਦੇ ਸੀ, ਦੁਨੀਆ ਇਸ ਧਰਤੀ ਦਾ ਲੋਹਾ ਮੰਨਦੀ ਸੀ। ਮਹਿਮੂਦ ਗਜ਼ਨਵੀ ਵਰਗੇ ਆਏ, ਅਹਿਮਦ ਸ਼ਾਹ ਅਬਦਾਲੀ ਵਰਗੇ ਆਏ, ਪਰ ਇਸ ਦੇਸ਼ ਨੂੰ ਜਿੱਤ ਨਹੀਂ ਸਕੇ। ਹਿੰਦੁਸਤਾਨ ਸਾਰਾ ਲੁੱਟ ਕੇ ਲੈ ਗਏ, ਇੱਥੇ ਇਹਨੂੰ ਨਹੀਂ ਕੁਝ ਕਰ ਸਕੇ। ਤੇ ਉਹਦਾ ਸ਼ਬਦ ਪਤਾ ਕੀ ਸੀ ਉਸ ਵੇਲੇ? ਭਾਈ ਬਾਲਾ ਜੀ ਦੇ ਉਹੀ ਸ਼ਬਦ ਨੇ ਜੋ ਉਸ ਵੇਲੇ ਸੀ। ਹੱਥ ਜੋੜ ਕੇ ਕਹਿੰਦੇ ਅਸੀਂ ਦੂਰੋਂ ਆਏ ਹਾਂ, ਲਹਿੰਦੇ ਪਾਸੇ ਤੋਂ ਆਏ ਹਾਂ। ਦੇਸ਼ ਪੰਜਾਬ ਸੋ ਦੂਰ ਹਮਾਰਾ, ਇਹੋ ਸ੍ਰੀ ਨਾਨਕ ਗੁਰੂ ਉਧਾਰ। ਸਾਡਾ ਦੇਸ਼ ਹੈ ਦੇਸ਼ ਪੰਜਾਬ, ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਇੱਕ ਦੇਸ਼ ਸੀ, ਅੱਜ ਨਹੀਂ ਹੈ, ਸਿਰਫ ਸਟੇਟ ਹੈ, ਲੰਗੜੀ ਸਟੇਟ। ਅੱਧਾ ਪੰਜਾਬ ਉਧਰ ਰੈੱਡ ਲਾਈਨ ਵਿੱਚ ਆ ਗਈ, ਰਾਜਸਥਾਨ ਖੋਇਆ ਗਿਆ, ਹਿਮਾਚਲ ਖੋਹ ਲਿਆ, ਹਰਿਆਣਾ ਕੱਟਤਾ, ਫਰੀਦਾਬਾਦ ਗਿਆ, ਉੱਤਰ ਪ੍ਰਦੇਸ਼ ਗਿਆ। ਕੀ ਹੈ ਸਾਡੇ ਕੋਲ? ਰਹਿੰਦਾ ਖੂੰਦਾ ਚੰਡੀਗੜ੍ਹ ਖਾ ਗਿਆ। ਕਿਹੜਾ ਪੰਜਾਬ ਆ ਸਾਡੇ ਕੋਲ? ਲੰਗੜਾ ਪੰਜਾਬ, ਕਦੇਸੀ ਰੰਗਲਾ ਪੰਜਾਬ। ਅੱਜ ਤੱਕ ਪੁਰਾਤਨ ਤਵਾਰੀਖਾਂ ਪੜ੍ਹੋਗੇ, ਕਿਤੇ ਨਹੀਂ ਲਿਖਿਆ ਵੀ ਪੰਜਾਬ ਕੋਈ ਛੋਟੀ ਜੀ ਸਟੇਟ ਹੈ। ਕੰਟਰੀ ਸੀ, ਕੰਟਰੀ, ਦੇਸ਼ ਪੰਜਾਬ। ਜੇ ਦੇਸ਼ ਸੀ ਤਾਈਓ ਮਹਾਰਾਜਾ ਰਣਜੀਤ ਸਿੰਘ ਰਾਜ ਕਰਦੇ ਸੀ। ਸਟੇਟਾਂ ਤੇ ਰਾਜ ਹੁੰਦੇ ਆ, ਦੇਸ਼ਾਂ ਤੇ ਰਾਜ ਹੁੰਦੇ, ਮੁਲਕਾਂ ਤੇ। ਤੇ ਸਾਡੀ ਹੱਦ ਲੱਗਦੀ ਸੀ ਅਫਗਾਨ ਨਾਲ, ਅਫਗਾਨਿਸਤਾਨ ਨਾਲ। ਲਾਹੌਰ ਇਸ ਦੇਸ਼ ਦੀ ਬਹੁਤ ਵੱਡੀ ਰਾਜਧਾਨੀ ਸੀ, ਮੁੱਖ ਦਿਲ ਸੀ ਉਹਦਾ। ਤੇ ਹਿੰਦੁਸਤਾਨ ਦਾ ਦਿਲ ਸੀ ਦਿੱਲੀ। ਆਖਣ ਲੱਗੇ ਅਸੀਂ ਦੇਸ਼ ਪੰਜਾਬ ਤੋਂ ਆਏ ਆ। ਇਹਨਾਂ ਦਾ ਨਾਂ ਹੈ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ। ਸੁਣ ਕੇ ਬੜਾ ਖੁਸ਼ ਹੋਇਆ, ਕਿਉਂਕਿ ਇਹਨੂੰ ਲਹਿੰਦਾ ਤਾਂ ਕਿਹਾ ਜਾਂਦਾ ਹੈ, ਇਸ ਪਾਸੇ ਸੂਰਜ ਲਹਿੰਦਾ ਏ। ਅਸੀਂ ਉੱਤਰ ਦੀ ਦਿਸ਼ਾ 'ਚ ਬੈਠੇ ਹਾਂ, ਉੱਤਰ 'ਚ ਅਸੀਂ ਸਾਰੇ। ਬੇਸ਼ੱਕ ਚਲੋ ਅੱਜ ਮੰਨਿਆ ਜਾਂਦਾ ਉਧਰ ਦੇ ਹਿਸਾਬ ਨਾਲ ਅਸੀਂ ਕਹਿੰਦੇ ਚੜ੍ਹਦਾ ਪੰਜਾਬ ਹੈ, ਕਿਉਂਕਿ ਉਧਰੋਂ ਇੱਧਰ ਨੂੰ ਵੇਖਾਂਗੇ ਚੜ੍ਹਦਾ ਪਾਸਾ ਹੈ ਇਹ ਪੰਜਾਬ, ਪਰ ਇੱਧਰ ਨੂੰ ਵੇਖਾਂਗੇ ਤੇ ਲਹਿੰਦਾ ਏ। ਅਸੀਂ ਲਹਿੰਦੇ 'ਚ ਉੱਤਰ 'ਚ। ਹਿੰਦੁਸਤਾਨ ਦੀ ਰੇਲਵੇ ਲਾਈਨ ਆਉਂਦੀ ਹੈ, ਟਰੈਕ ਆਉਂਦਾ, ਜੰਕਸ਼ਨ ਆਉਂਦਾ ਹੈ,
ਉਹ ਇਸ ਪਾਸੇ ਆ ਕੇ ਖਤਮ ਹੋ ਜਾਂਦਾ ਹੈ। ਇਸੇ ਕਰਕੇ ਲਿਖਿਆ ਹੁੰਦਾ ਉੱਤਰੀ ਰੇਲਵੇ, ਵੀ ਉੱਤਰ ਦੀ ਦਿਸ਼ਾ ਵਿੱਚ ਜਾ ਕੇ ਅਟਾਰੀ ਤੇ ਨੇ ਮੁੱਕ ਜਾਣਾ, ਖਤਮ ਹੋ ਜਾਣਾ, ਇਹ ਤੋਂ ਅੱਗੇ ਅਗਲੀ ਕੰਟਰੀ ਸ਼ੁਰੂ ਹੈ। ਉੱਤਰ ਦੀ ਦਿਸ਼ਾ 'ਚ ਜਿਹੜਾ ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਵੱਲ ਜਦੋਂ ਇਸ਼ਾਰਾ ਕੀਤਾ, ਕਹਿੰਦੇ ਭਰਥਰੀ ਇਦਾਂ ਖਿੜ ਗਿਆ ਜਿਵੇਂ ਕਵਲ ਦਾ ਫੁੱਲ ਖਿੜਦਾ ਹੈ। ਉਹਨੂੰ ਬਹੁਤ ਚੰਗਾ ਲੱਗਾ ਵੀ ਇਹ ਇੰਨੀ ਦੂਰੋਂ ਆਏ ਆ। ਹੁਣ ਅਸਾਮ ਅੱਜ ਵੀ ਕਿੰਨੀ ਦੂਰ ਹੈ, ਹਜ਼ਾਰਾਂ ਮਾਈਲ। ਦੋਨੇ ਹੱਥ ਜੋੜ ਲਏ ਜੀ, ਉਹਨੂੰ ਇਹ ਸਮਝ ਨਾ ਆਵੇ ਮੈਂ ਕੀ ਸ਼ਿਕਾਵਾਂ ਇਹਨਾਂ ਨੂੰ, ਇਹ ਤੇ ਦੂਰ ਤੋਂ ਬਹੁਤ ਆਏ ਆ। ਫਿਰ ਪੁੱਛਦੇ ਆ ਆਪ ਜੀ ਨੇ ਅੱਗੇ ਕਿੱਥੇ ਜਾਣਾ ਏ? ਹਮ ਸੇਵਕ ਸੁਖ ਹੇਤ ਸਦਾਈ, ਰਹੇ ਸੰਗ ਇਨ ਕਰੁਣਾ ਪਾਈ। ਮੇਰਾ ਨਾਮ ਹੈ ਭਾਈ ਬਾਲਾ, ਇਹ ਨਾਲ ਮੇਰੇ ਮਿੱਤਰ ਭਾਈ ਮਰਦਾਨਾ ਜੀ ਬੈਠੇ ਨੇ। ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸੇਵਕ ਹਾਂ, ਭਗਤ ਹਾਂ, ਪਿਆਰੇ ਹਾਂ, ਤੇ ਇਹ ਸਾਡੇ ਰੱਬ ਨੇ, ਪਰਮਾਤਮਾ। ਸਾਡੇ ਆਉਣ ਦਾ ਮਕਸਦ ਦੁਨੀਆ ਵਿੱਚ ਵਿਚਰਨਾ ਹੈ। ਕਦੇ ਨਹੀਂ ਕਿਹਾ ਮਹਾਰਾਜ ਨੇ ਅਸੀਂ ਦੁਨੀਆ ਤਾਰਨ ਚੱਲੇ ਆ। ਇਹ ਤੇ ਹਉਮੈ ਦੀ ਬੋਲੀ ਹੈ। ਭਾਈ ਮਰਦਾਨਾ ਕੀ ਕਹਿੰਦੇ ਸੀ, ਜੇ ਕੋਈ ਪੁੱਛਦਾ ਸੀ, ਜਾਦੂਗਰ ਨੇ ਪੁੱਛਦੀ ਕੀ ਕਰਨ ਆਏ ਹੋ, ਕਹਿੰਦੇ ਘੁੰਮਣ ਆਏ ਆ, ਅਸੀਂ ਤੇ ਵਿਚਰਨ ਵਾਸਤੇ ਆਏ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲ ਇਸ਼ਾਰਾ ਕਰਕੇ ਆਖਿਆ, ਕਹਿੰਦੇ ਅਸੀਂ ਤੇ ਵਿਚਰਨ ਵਾਸਤੇ ਆਏ ਆ, ਧਰਤੀ ਨੂੰ ਵੇਖਣਾ ਚਾਹੁੰਦੇ ਆ, ਕਿੰਨੇ ਰੰਗਾਂ ਦੀ ਇਹਦੇ ਵਿੱਚ ਹੀ ਸਾਰਾ ਕੁਝ ਆ ਗਿਆ, ਦੁਨੀਆ ਵਿੱਚ ਹੀ ਤੇ ਤਾਰ ਰਹੇ ਆ। ਭਰਥਰੀ ਬੜੇ ਟਿਕਾ ਨਾਲ ਬੈਠਾ ਹੈ, ਬੜੀ ਸ਼ਾਂਤੀ 'ਚ ਬੈਠਾ ਹੈ, ਉੱਚਾ ਲੰਬਾ ਕੱਦ ਕਾਠ ਹੈ, ਗੁਰੂ ਬਾਬਾ ਜੀ ਦੀ ਵਰਗਾ। ਸਿਰਫ ਸਿਰ ਹਿਲਾਉਂਦਾ ਹੈ, ਮਤਲਬ ਹਾਂ 'ਚ ਹਾਂ ਕਰਦਾ ਹੈ। ਸਤਿਗੁਰਾਂ ਦੇ ਆਉਣ ਦੀ ਖੁਸ਼ੀ ਬਹੁਤ ਹੋਈ ਹੈ। ਦੇਸ਼ਨ ਦੇਖਣ ਕਰਨ ਨਿਹਾਲਾ, ਵਿਚਰੇ ਅਵਨੀ ਬਿਰਦ ਕਿਰਪਾਲਾ। ਕਦੋਂ ਤੱਕ ਵਿਚਰੋਗੇ? ਭਾਈ ਬਾਲਾ ਜੀ ਕਹਿੰਦੇ ਜਦੋਂ ਤੱਕ ਮੇਰੇ ਸਤਿਗੁਰਾਂ ਦੀ ਮੌਜ ਹੋਏਗੀ। ਕਿੱਥੇ ਕਿੱਥੇ ਜਾਓਗੇ? ਕਹਿੰਦੇ ਜਿੱਥੇ ਲੈ ਜਾਣਗੇ। ਸਿੱਖ ਦੀ ਤੇ ਆ ਬੋਲੀ ਹੋਣੀ ਚਾਹੀਦੀ ਹੈ, ਜਿਵੇਂ ਸਤਿਗੁਰ ਕਰਾਉਣਗੇ ਉਵੇਂ ਕਰਾਂਗੇ ਜੀ। ਜਿਵੇਂ ਮਰਜ਼ ਨੂੰ ਭਾਉਂਦਾ ਉਦਾਂ ਹੋ ਜਾਏਗਾ। ਕਿੱਡਾ ਆਨੰਦਮਈ ਸੁਭਾਅ ਹੈ, ਨਿੱਘਾ ਸੁਭਾਅ ਹੈ। ਕਹਿੰਦੇ ਜਿੱਥੇ ਮਹਾਰਾਜ ਲੈ ਕੇ ਜਾਣਗੇ ਜਾਵਾਂਗੇ, ਜਿਸ ਦੇਸ਼ 'ਚ ਲੈ ਜਾਣਗੇ ਜਾ ਆਵਾਂਗੇ। ਪਰ ਭਾਈ ਮਰਦਾਨਾ ਜੀ ਇਸ ਵੇਲੇ ਬੜੇ ਚੁੱਪਚਾਪ ਬੈਠੇ ਆ, ਨਜ਼ਰ ਭਰ ਕੇ ਨਜ਼ਾਰਾ ਵੇਖ ਰਹੇ ਆ ਵੀ ਇਹੋ ਜੀ ਥਾਂ ਜਿੱਥੇ ਬੈਠਿਆਂ ਹੀ ਅੰਦਰੋਂ ਸਕੂਨ ਮਿਲਦਾ ਏ। ਸੁਣਤ ਭਰਥਰੀ ਔਰ ਮਹਿ ਉਹਲਸਾ, ਬੰਦੇ ਪਦ ਬੇਦੀ ਕੁਲ ਕਲਸਾ। ਫਿਰ ਉਸ ਵੇਲੇ ਭਰਥਰੀ ਉੱਠਿਆ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਲੰਮਿਆਂ ਪੈ ਕੇ ਡੰਡੇ ਵਾਂਗ ਡੰਡੌਤ ਕੀਤੀ। ਐਦਾਂ ਲੰਮੇ ਪੈ ਗਏ, ਅੱਖਾਂ 'ਚ ਹੰਝੂ। ਇਹ ਹੰਝੂ ਕਾਹਦੇ ਆ? ਦੁੱਖਾਂ ਦੇ ਨਹੀਂ, ਖੁਸ਼ੀ ਦੇ ਹੰਝੂ। ਕਹਿੰਦਾ ਉਹ ਮਾਲਕ ਮੇਰੇ ਆ, ਰੱਬਾ ਮੇਰੇ ਆ, ਤੇਰੀ ਯਾਦ ਵਿੱਚ ਹਰ ਪਲ ਬੈਠਾ ਰਹਿੰਦਾ ਹਾਂ। ਕਹੈ ਕਿ ਧਨ ਭਾਗ ਮਮਿਆ ਜੋ, ਜਾਤੀ ਭਾ ਤੁਮ ਮਿਲਣ ਸਮਾਜੋ। ਲੰਮਾ ਪਿਆ ਹੀ ਕਹੀ ਜਾਂਦਾ ਮੇਰੇ ਧਨ ਭਾਗ, ਮੇਰੇ ਭਾਗ ਵੱਡੇ, ਅੱਜ ਦਰਸ਼ਨ ਆਪ ਜੀ ਦੇ ਹੋ ਗਏ। ਉਹ ਸਾਹਿਬਾ ਮੇਰਿਆ, ਗਰੀਬ ਦੀ ਕੁੱਲੀ ਆ ਗਿਆ, ਆਖੋ ਸਤਨਾਮ। ਅੱਜ ਤੇ ਕੀੜੀ ਦੇ ਘਰ ਨਾਰਾਇਣ ਆ ਗਿਆ। ਕਿੰਨਾ ਪ੍ਰੇਮ ਹੋਣਾ ਉਸ ਸਿੱਧ ਦੇ ਵਿੱਚ, ਉਸ ਯੋਗੀ ਦੇ ਵਿੱਚ। ਕੋਈ ਆਪਣੇ ਸਿੱਖ ਤੇ ਸਿੱਧਾਂ ਦੀ ਨਿੰਦਿਆ ਤੇ ਲੱਗੇ ਰਹਿੰਦੇ ਹਰ ਵੇਲੇ। ਸਿੱਧੇ ਹੋ ਜੇ ਸੀ, ਸਿੱਧਾ ਨੇ ਉਹ ਕੀਤਾ, ਉਹ ਕਰਮਾਂ ਵਾਲੇ ਸੀ। ਕਦੇ ਨਾਨਕ ਮਤਾ ਸਾਹਿਬ ਦੀ ਧਰਤੀ ਤੇ ਜਾ ਕੇ ਵੇਖੋ, ਕਦੇ ਅਬਚਲ ਸਾਹਿਬ ਦੀ ਧਰਤੀ ਤੇ ਜਾਓ, ਅਚਲ ਸਾਹਿਬ ਬਟਾਲਾ ਕੀ ਹੋਇਆ, ਸੁਮੇਰ ਪਰਬਤ ਤੇ ਕੀ ਹੁੰਦਾ ਰਿਹਾ, ਰੀਠਾ ਸਾਹਿਬ ਦੀ ਧਰਤੀ ਤੇ ਕਿੰਨੀਆਂ ਚਰਚਾਵਾਂ ਹੋਈਆਂ। ਠੀਕ ਹੈ, ਸਿੱਧ ਆਪਣੇ ਜੱਤ ਸੱਤ ਧਰਮ 'ਚ ਪੱਕੇ ਆ, ਵਿਚਾਰ ਚਰਚਾ ਕਰਦੇ ਆ, ਪਰ ਪ੍ਰੇਮ ਗੁਰੂ ਨਾਨਕ ਸਾਹਿਬ ਨਾਲ ਕਿੰਨਾ ਕਰਦੇ ਹੋਣਗੇ। ਠੀਕ ਹੈ, ਇੱਕ ਅੱਧੇ 'ਚ ਹੰਕਾਰ ਵੀ ਸੀ, ਵੱਖਰੀ ਗੱਲ ਹੈ, ਹੁਣ ਤਾਂ ਨਹੀਂ ਹੈ। ਅੱਜ ਤੇ ਉਹ ਪੂਜਣਯੋਗ ਨੇ, ਕਿਉਂਕਿ ਹੰਕਾਰ ਗੁਰੂ ਸਾਹਿਬ ਨੇ ਖਤਮ ਕਰਤਾ, ਉੱਥੇ ਸਿੱਖ ਬਣ ਕੇ ਗੁਰੂ ਸਾਹਿਬ ਦੇ। ਦੀਨ ਦੁਨੀਆ ਦੇ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਰਾਜਾ ਭਰਥਰੀ ਜੋ ਸਿੱਧ ਹੈ, ਸਾਧੂ ਹੈ, ਸਿੱਧਾ ਲੰਮਾ ਪੈ ਕੇ ਚਰਨਾਂ ਨੂੰ ਛੱਡਦਾ ਹੀ ਨਹੀਂ। ਚਰੰਕਾਲ ਕੀ ਕਰਤ ਉਡੀਕਾ, ਭਇਓ ਮਨੋਰਥ ਪੂਰਨ ਜੀ ਕਾ। ਇੱਕੋ ਹੀ ਗੱਲ ਆਖਦਾ, ਕਹਿੰਦਾ ਚਰੰਕਾਲ, ਲੰਮੇ ਸਮੇਂ ਤੋਂ ਮੈਂ ਤੁਹਾਡੀ ਉਡੀਕਾਂ ਕਰਦਾ ਸੀ, ਨਿਤ ਉਡੀਕਦਾ ਸੀ ਇਸ ਛੱਪਰ ਥੱਲੇ ਬਹਿ ਕੇ, ਨਿਤ ਉਡੀਕਦਾ ਸੀ। ਅੱਜ ਖੁਸ਼ੀ ਹੋਈ, ਉਹ ਭਾਗਾਂ ਵਾਲਾ ਦਿਨ ਆ ਗਿਆ।
ਸਦੀਆਂ ਬਾਅਦ ਸਾਲਾਂ ਬਾਅਦ ਉਹ ਦਿਨ ਆਇਆ ਹੈ, ਰੱਬਾ ਮੇਰਿਆ ਕਿਵੇਂ ਤੇਰੇ ਚਰਨ ਛੱਡਦੇ ਆ, ਆਖੋ ਸਤਨਾਮ। ਖੁਸ਼ੀ ਦਾ ਠਿਕਾਣਾ ਹੀ ਕੋਈ ਨਹੀਂ। ਹੁਣ ਉਹ ਸਾਧੂ ਹੈ, ਆਪਾਂ ਖੁਸ਼ ਹੋਈਏ, ਆਪਾਂ ਕੀ ਕਹਿੰਦੇ ਆ, ਕਰੋ ਇਹ ਪਾਰਟੀ। ਦੁਨੀਆ ਇੱਥੇ ਖੜੀ ਆ ਨਾ, ਸਾਡੀ ਖੁਸ਼ੀ ਕਿੱਥੇ ਆ? ਜਿਹੜੇ ਆ ਧਾਰਮਿਕ ਲੋਕ ਨੇ ਸਾਡੇ ਵਾਲਾ ਲਾਣਾ, ਇੱਕ ਕੋਕ ਦੀ ਬੋਤਲ 4 ਸਮੋਸਿਆਂ ਤੇ ਖੁਸ਼। ਜਿਹੜੇ ਥੋੜੇ ਨਾਸਤਕ ਨੇ ਉਹ ਕਹਿੰਦੇ ਲਿਆ ਬੋਤਲ, ਲਿਆ ਮੁਰਗਾ, ਉਧਰਲੇ ਪਾਸੇ ਹੋ ਗਏ। ਪਰ ਜਿਹੜੀਆਂ ਨਾਮ ਜਪਣ ਵਾਲੀਆਂ ਰੂਹਾਂ ਨੇ ਉਹ ਚੀਜ਼ਾਂ ਥੋੜਾ ਮੰਗਦੀਆਂ, ਪਦਾਰਥਾਂ ਤੇ ਥੋੜਾ ਬੈਠੇ ਆ। ਉਹ ਅੱਖਾਂ ਸਾਹਮਣੇ ਬੈਠ ਕੇ ਆਪਣੀ ਖੁਸ਼ੀ, ਆਪਣਾ ਪ੍ਰੇਮ, ਆਪਣਾ ਸਿਦਕ ਭੇਟਾ ਕਰਦੇ ਆ, ਆਪਾਂ ਨਿਸ਼ਾਵਰ ਕਰਦੇ ਆ। ਇਹ ਹੁੰਦੀ ਪਾਰਟੀ ਉਹਨਾਂ ਦੀ, ਖੁਸ਼ੀ, ਆਨੰਦ। ਕਹਿੰਦਾ ਮਰਦ ਮੈਂ ਤੇ ਬੜੇ ਲੰਮੇ ਸਮੇਂ ਤੋਂ ਆਪ ਜੀ ਦੀ ਉਡੀਕ ਕਰਦਾ ਸੀ, ਅੱਜ ਭਾਗਾਂ ਵਾਲਾ ਦਿਨ ਆ ਗਿਆ, ਮੈਂ ਇਸ ਦਿਨ ਨੂੰ ਕਿਵੇਂ ਵਿਸਾਰਾਂ, ਇਹ ਮੈਥੋਂ ਭੁੱਲਿਆ ਜਾਣਾ ਨਹੀਂ। ਸਭ ਸਾਧਨ ਕੋ ਫਲ ਮੈਂ ਪਾਵਾ, ਜੋਗ ਵਿਰਾਗ ਸੁਆਜ ਸੁਹਾਵਾ। ਸਤਿਗੁਰ ਕਹਿੰਦੇ ਪਿਆਰਿਆ ਚਰਨ ਛੱਡ ਪਹਿਲਾਂ। ਬੜੇ ਪਿਆਰ ਚ ਮਹਾਰਾਜ ਨੇ ਚਰਨ ਛਡਾਏ, ਸਾਹਮਣੇ ਬਿਠਾਇਆ। ਕਹਿੰਦਾ ਮਹਾਰਾਜ ਯੋਗ ਸਾਧਨ ਬੜੇ ਕੀਤੇ। ਕਾਹਦੇ ਲਈ ਕੀਤੇ ਸੀ? ਰੱਬ ਮਿਲ ਜੇ। ਰੱਬ ਪਾਉਣ ਵਾਸਤੇ ਬੰਦਾ ਧਰਮ ਕਮਾਉਂਦਾ ਹੈ। ਜੇ ਰੱਬ ਦੀ ਪ੍ਰਾਪਤੀ ਹੀ ਨਹੀਂ ਫਿਰ ਧਰਮ ਕਾਹਦਾ? ਧਰਮ ਬਣਿਆ ਹੀ ਰੱਬ ਨੂੰ ਮਿਲਣ ਵਾਸਤੇ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਮਰਦ ਕਹਿੰਦੇ ਕੋਈ ਵੱਡਿਆਂ ਭਾਗਾਂ ਵਾਲਾ ਪਾਉਂਦਾ, ਸੰਤਾਂ ਦਾ ਮਾਰਗ ਰਸਤਾ ਕੀ ਹੈ? ਧਰਮ ਉਹਨਾਂ ਦੀ ਪੌੜੀ ਹੈ। ਇਹ ਪੌੜੀ ਕਿਹੜੀ ਮੰਜ਼ਿਲ ਨੂੰ ਜਾ ਰਹੀ ਹੈ? ਪਰਮਾਤਮਾ ਨੂੰ। ਅੱਜ ਜਿਹਨੂੰ ਮਰਜ਼ੀ ਪੁੱਛੋ, ਅਸੀਂ ਧਰਮੀ ਆ। ਕਾਹਦੇ ਲਈ ਧਰਮ ਹੈ ਭਾਈ? ਇਹ ਤੇ ਪੌੜੀ ਹੈ ਧਰਮ ਤੇ। ਕਿਹੜੀ ਬਿਲਡਿੰਗ ਨੂੰ ਲਾਈ ਹੋਈ ਹੈ, ਕਿਹੜੀ ਮੰਜ਼ਿਲ ਨੂੰ? ਕਹਿੰਦੇ ਉਹ ਤਾਂ ਨਹੀਂ ਪਤਾ, ਸਾਡੇ ਬਾਬਾ ਜੀ ਨੇ ਸਾਨੂੰ ਨਾ ਨਾਮ ਦਿੱਤਾ ਹੋਇਆ ਵੀ ਭਾਈ ਧਰਮ ਤੇ ਹੁੰਦਾ ਰੱਬ ਨੂੰ ਮਿਲਣ ਵਾਸਤੇ। ਜੇ ਰੱਬ ਨੂੰ ਮਿਲਣ ਦੀ ਇੱਛਾ ਹੀ ਕੋਈ ਨਹੀਂ ਆ, ਪਦਾਰਥ ਮੰਗਣ ਵਾਸਤੇ ਧਰਮ ਕਮਾਈ ਜਾਂਦਾ। ਇਹ ਤੇ ਨਾਸਤਕ ਵੀ ਹੋਏਗਾ ਤਾਂ ਵੀ ਮਿਲੀ ਜਾਣਗੇ। ਚਾਈਨਾ ਸਾਰਾ, ਜਾਪਾਨ ਨਾਸਤਕ ਹੈ, ਰੱਬ ਨੂੰ ਨਹੀਂ ਮੰਨਦੇ। ਉਹ ਕਹਿੰਦੇ ਰੱਬ ਹੈ ਹੀ ਨਹੀਂ। ਹੁਣ ਤੁਸੀਂ ਆਹ ਦੱਸੋ, ਇੱਕ ਪਾਸੇ ਭਾਰਤ ਵਰਸ਼ ਦੀ ਫੋਟੋ ਲਾ ਦਿਓ ਵੀ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ, ਰਿਸ਼ੀ ਮੁਨੀ ਹੋਏ, 33 ਕਰੋੜ ਦੇਵੀ ਦੇਵਤਾ। ਅਜੇ ਤੱਕ ਦੀਆਂ 10 ਸਾਲ ਹੋ ਗਏ ਸਰਕਾਰ ਨੂੰ ਸ਼ੌਚਾਲਿਆ ਨਹੀਂ ਬਣੇ ਘਰਾਂ 'ਚ। ਤੇ ਜਾਪਾਨ ਵਾਲੇ ਕਿੱਥੇ ਤੁਰੇ ਫਿਰਦੇ ਆ? ਫਿਰ ਕੀ ਕਹੋਗੇ ਵੀ ਰੱਬ ਧਰਮੀ ਲੋਕਾਂ ਤੋਂ ਚੰਦਾ ਇਕੱਠਾ ਕਰਦਾ ਹੈ, ਦਈ ਜਾਪਾਨ 'ਚ ਜਾਂਦਾ। ਆਖੋ ਸਤਨਾਮ। ਬਰਕਤ ਉਹਨਾਂ ਨੂੰ ਦਈ ਜਾਂਦਾ ਹੈ। ਨਹੀਂ ਭਾਈ, ਐਸੀ ਗੱਲ ਨਹੀਂ ਹੈ। ਉਹਦੇ ਲਈ ਸਾਰੀ ਦੁਨੀਆ ਸਾਂਝੀ ਹੈ, ਕੋਈ ਮੰਨੇ ਜਾਂ ਨਾ ਮੰਨੇ। ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਮਾਉਂਦਾ। ਧਰਮ ਦਾ ਮਾਰਗ ਹੈ ਕੇਵਲ ਰੱਬ ਨੂੰ ਮਿਲਣਾ, ਰੱਬ ਦੀ ਪ੍ਰਾਪਤੀ। ਭਰਤਰੀ ਕਹਿੰਦਾ ਜੀ ਮੈਂ ਆਪ ਜੀ ਦੀ ਪ੍ਰਾਪਤੀ ਵਾਸਤੇ ਕੀ ਨਹੀਂ ਕੀਤਾ? ਜੱਗ ਕੀਤੇ। ਜੱਗ ਕਦੋਂ ਕੀਤੇ? ਜਦੋਂ ਰਾਜਾ ਸੀ। ਗਰੀਬ ਬੰਦਾ ਕਰ ਸਕਦਾ ਹੈ? ਇੱਕ ਜੱਗ ਦੇ ਵਿੱਚ ਦੇਸੀ ਘਿਓ ਇੰਨਾ ਪੈਂਦਾ ਹੈ, ਹਾਥੀ ਦੀ ਸੁੰਡ ਕਿੱਡੀ ਵੱਡੀ ਹੈ ਜੀ। 12 ਸਾਲ ਹਾਥੀ ਦੀ ਸੁੰਡ ਜਿੰਨਾ ਦੇਸੀ ਘਿਓ ਹਰ ਟਾਈਮ 24 ਘੰਟੇ ਐਵਰੀ ਟਾਈਮ ਪੈਂਦਾ ਰਹਿੰਦਾ ਹੈ। ਇੰਨੀ ਅੱਗ ਬਲਦੀ ਹੈ। ਕੀ ਇਹ ਕੋਈ ਗਰੀਬ ਬੰਦਾ ਕਰ ਲੂ ਇਹੋ ਜਿਹਾ ਜੱਗ? ਰਾਜੇ ਮਹਾਰਾਜਿਆਂ ਦਾ ਧੂੰਆਂ ਨਿਕਲ ਜਾਂਦਾ। ਕਹਿੰਦੇ ਮੈਂ ਜੱਗ ਕੀਤੇ, ਤਪ ਕੀਤੇ, ਸਿੱਧੀਆਂ ਕੀਤੀਆਂ, 84 ਆਸਣ ਕੀਤੇ, ਪਰ ਮੇਰਾ ਮਨ ਸ਼ਾਂਤ ਹੋਇਆ ਨਾ। ਅਸ ਕੈ ਘਰ ਗਏ ਬੈਠ ਸਮੀਪਾ, ਤਬ ਬੋਲੇ ਬੇਦੀ ਕੁਲ ਦੀਪਾ। ਰਾਜੇ ਭਰਤਰੀ ਦੇ ਬਚਨਾਂ ਨੂੰ ਸਤਿਗੁਰਾਂ ਨੇ ਬੜੀ ਸਹਿਨਸ਼ੀਲਤਾ ਨਾਲ ਸੁਣਿਆ। ਇੱਕ ਵੀ ਬਚਨ ਨਹੀਂ ਆਖਿਆ। ਇਹਨੂੰ ਕਹਿੰਦੇ ਸੁਣਨਾ। ਪਹਿਲਾਂ ਸੁਣਿਆ, ਫੇਰ ਬੇਦੀ ਕੁਲ ਦੇ ਮਾਲਕ ਗੁਰੂ ਬਾਬਾ ਜੀ ਆਪਣੀ ਸੁਭਾਵਿਕ ਰਸਨਾ ਤੋਂ ਬੋਲੇ। ਹੁਣ ਸਿੱਖ ਆਪਾਂ ਵੀ ਆ, ਆਪਾਂ ਕਹਿੰਦੇ ਲਿਸਨ ਟੂ ਮੀ। ਪਹਿਲਾਂ ਯਾਰ ਮੈਨੂੰ ਸੁਣ, ਮੈਂ ਆਪਣੀ ਗੱਲ ਭੁੱਲ ਜੂ। ਜੇ ਤੂੰ ਆਪਣੀ ਗੱਲ ਭੁੱਲ ਸਕਦਾ ਤੇ ਫਿਰ ਹੋਰ ਕੀ ਮੱਕੀ ਗੁੱਡੇਗਾ, ਕਰੇਗਾ ਕੀ ਤੂੰ? ਸੁਣਨਾ ਸਿੱਖੀਏ। ਜਿੱਦਣ ਸੁਣਨ ਲੱਗ ਪਏ ਨਾ, ਸੁਣਨ ਦੀ ਆਦਤ ਪੈ ਗਈ, 50% ਸਾਡੀਆਂ ਬਿਮਾਰੀਆਂ, 70% ਸਾਡੀਆਂ ਚਿੰਤਾਵਾਂ ਖਤਮ। ਦੁਖੀ ਕਿਉਂ ਆ? ਮੈਂ ਸੁਣਾਉਣਾ ਚਾਹੁੰਦਾ, ਮੇਰੀ ਕੋਈ ਸੁਣਦਾ ਹੀ ਨਹੀਂ। ਮੈਂ ਜਿਹਨੂੰ ਫੋਨ ਲਾਇਆ ਮੇਰੀ ਸੁਣੋ, ਕਹਿੰਦਾ ਯਾਰ ਕੰਮ ਤੇ ਆ, ਬਾਅਦ ਚੋਂ ਗੱਲ ਕਰ। ਕੋਈ ਨਹੀਂ ਸੁਣਦਾ। ਪਤੀ ਪਤਨੀ ਕੋਲ ਬੈਠਾ, ਉਹ ਕਹਿੰਦੀ ਮੈਂ ਕੰਮ ਕਰਨਾ, ਬੱਚਿਆਂ ਨੂੰ ਸਕੂਲ ਭੇਜਣਾ, ਫਿਰ ਸੁਣਾਈ ਆਪਣੀ। ਅਸੀਂ ਦੁਖੀ ਕਾਹਦੇ ਤੋਂ ਆ? ਮੇਰੀ ਸੁਣਦਾ ਕਿਉਂ ਨਹੀਂ ਕੋਈ? ਮੇਰੀ ਕਿਉਂ ਨਹੀਂ ਸੁਣਦਾ? ਨਾ, ਛੱਡ ਇਹਨਾਂ ਗੱਲਾਂ ਨੂੰ, ਸਭ ਦੀ ਸੁਣਨੀ ਸ਼ੁਰੂ ਕਰ ਦੇ। ਸੁਣ ਕੇ ਇੰਨਾ ਨੀਵਾ ਹੋ ਜਾ, ਤੇਰੀ ਸਮਝ ਦਾ ਪੱਧਰ ਵੱਡਾ ਹੋਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰਾ ਕੁਝ ਭਰਤਰੀ ਦਾ ਸੁਣਿਆ। ਹੁਣ ਮਹਾਰਾਜ ਆਪ ਬੋਲੇ,
ਬੜੇ ਪਿਆਰ ਦੇ ਅਲਫਾਜ਼ਾਂ ਵਿੱਚ ਸਤਿਗੁਰਾਂ ਨੇ ਬਚਨ ਕੀਤੇ ਨੇ। इस प्रकार तुम हमको जानो, आगम की अड़ीक कस ठानो। ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਨੇ ਸਾਡੇ ਦਿਲ ਦੀ ਗੱਲ ਬੁੱਝੀ ਹੈ। ਉਹੀ ਸਵਾਲ ਭਰਤਰੀ ਜੀ ਨੂੰ ਪੁੱਛਿਆ। ਬੜੇ ਪਿਆਰ 'ਚ ਸਤਿਗੁਰ ਕਹਿੰਦੇ, ਪਿਆਰੇ ਭਰਤਰੀ ਜੀ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ? ਕਿਵੇਂ ਜਾਣਦੇ ਹੋ? ਬੜਾ ਵੱਡਾ ਸਵਾਲ ਹੈ ਇਹ। ਪਹਿਲਾਂ ਜ਼ਿੰਦਗੀ 'ਚ ਮਿਲੇ ਕਦੇ ਨਹੀਂ। ਗੁਰੂ ਸਾਹਿਬ ਪਹਿਲੀ ਵਾਰ ਇਸ ਇਲਾਕੇ 'ਚ ਆ ਰਹੇ ਆ। ਪਰ ਭਰਤਰੀ ਕਹਿੰਦਾ ਮਾਲਕਾ ਮੈਂ ਤੇ ਤੈਨੂੰ ਬੜੇ ਲੰਮੇ ਸਮੇਂ ਤੋਂ ਉਡੀਕਦਾ। ਜਾ ਤੇ ਕਿਤੇ ਮਿਲੇ ਹੋਣਗੇ, ਮੁਲਾਕਾਤ ਹੋਈ ਹੋਏਗੀ। ਇੱਕ ਸਵਾਲ ਸੀ ਭਾਈ ਮਰਦਾਨਾ ਜੀ ਦੇ ਮਨ ਅੰਦਰ ਵੀ ਜਦੋਂ ਅਸੀਂ ਇੱਥੇ ਆਏ ਪਹਿਲੀ ਵਾਰ ਆ, ਲੱਗਦਾ ਝੂਠ ਬੋਲਦਾ ਇਹ, ਮਿਲੇ ਸੀ ਅਸੀਂ। ਮਰਦ ਬੜੇ ਅਦਬ ਨਾਲ ਕਹਿੰਦੇ ਮਹਾਂਪੁਰਖ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ? ਪਹਿਲੀ ਵਾਰ ਇਸ ਆਸ਼ਰਮ ਉੱਤੇ ਆਪਾਂ ਇੱਕ ਦੂਜੇ ਨੂੰ ਮਿਲੇ ਹਾਂ। ਸੁਣ ਕਰ ਭਗਤਰ ਬਚਨ ਉਚਾਰੇ, ਸਭ ਬਿਰਤਾਂਤ ਮੈਂ ਕਹੂੰ ਸਵਾਰੇ। ਦੋਨੇ ਹੱਥ ਜੋੜ ਕੇ ਭਰਤਰੀ ਕਹਿੰਦਾ ਮਾਲਕਾ ਮੈਨੂੰ ਦੱਸਣ ਦੀ ਆਗਿਆ ਦਿਓ। ਮੈਂ ਆਪ ਜੀ ਨੂੰ ਇਹੋ ਹੀ ਦੱਸਣਾ ਚਾਹੁੰਦਾ ਵੀ ਮੈਂ ਤੁਹਾਨੂੰ ਕਿਵੇਂ ਜਾਣਦਾ। ਹੁਣ ਸਾਨੂੰ ਕੋਈ ਬੰਦਾ ਰਾਹ ਜਾਂਦਿਆਂ ਮਿਲੇ, ਆਖੇ ਨਾਂ ਲੈ ਕੇ ਬੁਲਾਵੇ, ਸਾਡੀਆਂ ਗੱਲਾਂ ਜਾਣੇ, ਸਾਡੇ ਰਿਸ਼ਤੇਦਾਰਾਂ ਨੂੰ ਜਾਣੇ, ਪਰ ਆਪਾਂ ਕਦੇ ਮਿਲੇ ਨਹੀਂ। ਆਪਾਂ ਉਹਨੂੰ ਇਹੀ ਗੱਲ ਪੁੱਛਦੇ ਆ, ਭਾਈ ਤੂੰ ਮੈਨੂੰ ਕਿਵੇਂ ਜਾਣਦਾ ਹੈ? ਮੈਂ ਤੇ ਤੈਨੂੰ ਮਿਲਿਆ ਪਹਿਲੀ ਵਾਰ ਆ, ਮੈਂ ਤੇ ਤੈਨੂੰ ਵੇਖਿਆ ਕਦੇ ਨਹੀਂ। ਉਹ ਤੁਹਾਡੇ ਚਾਚੇ ਤਾਏ ਭੂਆ ਮਾਸੀਆਂ ਸਾਰਿਆਂ ਦਾ ਬਾਇਓਡਾਟਾ ਕੱਢੀ ਫਿਰਦਾ ਹੈ। ਤੇਰਾ ਫਲਾਣੇ ਥਾਂ ਰਿਸ਼ਤਾ ਹੋਇਆ, ਤੇਰਾ ਵਿਆਹ ਉੱਥੇ ਹੋਇਆ, ਤੇਰੀ ਉੱਥੇ ਭੂਆ ਰਹਿੰਦੀ ਹੈ, ਤੇਰਾ ਭਰਾ ਉੱਥੇ ਰਹਿੰਦਾ ਏ, ਤੇਰੇ ਬਾਪੂ ਜੀ ਇਹ ਕਰਦੇ ਆ। ਫਿਰ ਹੈਰਾਨ ਹੋ ਜਾਈਦਾ ਨਾ ਵੀ ਮੈਂ ਤੇ ਬੰਦਾ ਵੇਖਿਆ ਪਹਿਲੀ ਵਾਰ ਆ, ਮੇਰੇ ਬਾਰੇ ਸਾਰਾ ਕੁਝ ਜਾਣਦਾ। ਉਹ ਕਹਿੰਦਾ ਮਹਾਰਾਜ ਮੈਂ ਤੇ ਤੁਹਾਨੂੰ ਲੰਮੇ ਸਮੇਂ ਤੋਂ ਉਡੀਕਦਾ। ਭਰਤਰੀ ਦੀ ਉਮਰ ਸਤਿਗੁਰਾਂ ਤੋਂ ਬਹੁਤ ਵੱਡੀ ਹੈ। ਉਹ ਰਾਜਾ ਰਿਹਾ ਹੈ ਪਹਿਲਾਂ, ਬਹੁਤ ਵੱਡਾ, ਬੜਾ ਕੁਝ ਉਹਨੇ ਜ਼ਿੰਦਗੀ 'ਚ ਕਮਾਇਆ। ਸੈਂਕੜੇ ਸਾਲਾਂ ਦੀ ਉਮਰ ਹੈ ਭਰਤਰੀ ਦੀ ਅੱਜ। ਮਰਦ ਕਹਿੰਦੇ ਦੱਸੋ ਭਾਈ ਸਾਡੇ ਸਿੱਖ ਪੁੱਛਣਾ ਤੇ ਜਾਣਨਾ ਚਾਹੁੰਦੇ ਆ। ਕਹਿੰਦਾ ਮਾਲਕਾ ਦੁਨੀਆ ਤੇ ਕੌਣ ਹੈ ਜੋ ਤੁਹਾਨੂੰ ਨਹੀਂ ਜਾਣਦਾ? ਇੱਕ ਸਮੇਂ ਨਾਰਦ ਮਨ ਪਾਵਨ, ਮਿਲਿਓ ਮੋਹੇ ਜਿਹੇ ਰੂਪ ਸੁਹਾਵਨ। ਇਸੇ ਆਸ਼ਰਮ ਦੇ ਕੋਲੇ ਇੱਕ ਦਿਨ ਜੰਗਲ ਦੇ ਵਿੱਚ ਮੈਨੂੰ ਮਿਲ ਗਏ ਮਹਾਨ ਮਹਾਪੁਰਖ ਨਾਰਦ ਮੁਨੀ ਜੀ। ਬੜਾ ਦੁੱਖ ਹੁੰਦਾ ਜਦੋਂ ਨਾਰਦ ਮੁਨੀ ਬਾਰੇ ਪੜ੍ਹਦੇ ਆ ਨਾ, ਵੇਖਦੇ ਆ ਟੀਵੀ ਤੇ ਬਣਾਇਆ, ਸਿਰਫ ਲੋਕਾਂ ਨੇ ਉਹਨਾਂ ਨੂੰ ਚੁਗਲਖੋਰ ਸਿੱਧ ਕੀਤਾ। ਨਾਰਾਇਣ ਨਾਰਾਇਣ ਤੂੰ ਵੱਧ ਕੇ ਕੁਛ ਹੈ? 33 ਕਰੋੜ ਦੇਵੀ ਦੇਵਤਿਆਂ ਵਿੱਚ ਕਿਸੇ ਦੀ ਐਡੀ ਭਗਤੀ ਨਹੀਂ ਜਿੰਨੀ ਵੱਡੀ ਤਪੱਸਿਆ ਤੇ ਜੱਡੀ ਵੱਡੀ ਭਗਤੀ ਨਾਰਦ ਮੁਨੀ ਦੀ ਹੈ। ਫਿਰ ਸੁਣ ਲਓ, ਨਾਰਦ ਮੁਨੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਰਸ਼ਨ ਕੀਤੇ ਆ, ਸੰਗਤ ਕੀਤੀ ਹੈ, ਦਰਬਾਰ 'ਚ ਆਉਂਦਾ ਰਿਹਾ ਮਰਜ ਕੋਲੇ। ਦੱਸੋ ਕਿਹੜਾ ਦੇਵਤਾ ਆ ਜੀ? ਜ਼ਰੂਰਤ ਸੀ ਕਿਸੇ ਦੀ ਐਡੀ? ਇਹ ਉਹ ਪਿਆਰਾ ਰੱਬ ਦਾ ਏ। ਸੱਚਖੰਡ ਜਾਂਦੇ ਆ ਨਾਰਦ ਜੀ ਸਿੱਧੇ, ਸਵਰਗਾਂ ਦੇ ਲੋਕਾਂ ਨੂੰ ਮਿਲ ਕੇ ਆ ਜਾਂਦੇ ਆ। ਐਡੀ ਪਹੁੰਚ ਕਿਹਦੀ ਹੈ ਇੱਥੇ? ਕਿਉਂ ਐਡੀ ਪਹੁੰਚ? 11 ਪ੍ਰਕਾਰ ਦੀ ਭਗਤੀ ਕਰਦੇ ਆ ਨਾਰਦ ਮੁਨੀ ਜੀ। ਕਿੱਥੇ ਲੇਖਾ ਦੇਣਗੇ ਆ ਲੋਕ ਉਹਨਾਂ ਦੀ ਨਿੰਦਿਆ ਕਰਨ ਵਾਲੇ, ਉਹਨਾਂ ਦਾ ਜਲੂਸ ਕੱਢਣ ਵਾਲੇ। ਨਾਰਦ ਮੁਨੀ ਤੇ ਰੱਬ ਵਰਗੀ ਰੂਹ ਹੈ। ਕਦੇ ਇਸੇ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਮਰਦ ਨੂੰ, ਕਹਿੰਦਾ ਮਰਦ ਜੇ ਤੁਹਾਨੂੰ ਮਿਲਣਾ ਹੋਵੇ ਕਿੱਥੇ ਮਿਲੋਗੇ? ਪਤਾ ਗੁਰੂ ਸਾਹਿਬ ਨੇ ਕੀ ਕਿਹਾ ਸੀ? ਕਹਿੰਦੇ ਨਾਰਦ ਮੁਨੀ ਮੈਨੂੰ ਲੱਭਣਾ ਹੋਵੇ ਨਾ ਕਿਤੇ ਨਾ ਜਾਈ, ਜਿੱਥੇ ਰੱਬ ਨੂੰ ਜਪਦੀ ਸੰਗਤ ਬੈਠੀ ਹੋਵੇ ਤੈਨੂੰ ਉੱਥੇ ਹੀ ਮਿਲਾਂਗਾ। ਆਖੋ ਸਤਨਾਮ। ਇਸੇ ਕਰਕੇ ਨਾਰਦ ਮੁਨੀ ਸੰਗਤ ਚਾਹੁੰਦੇ ਸੀ। ਕਹਿੰਦੇ ਮਹਾਰਾਜ ਮੈਨੂੰ ਨਾ ਨਾਰਦ ਮੁਨੀ ਮਿਲ ਗਿਆ। ਨਾਰਦ ਮੁਨੀ ਦਾ ਇੱਕ ਸੁਭਾਅ ਸੀ, ਜਿੱਥੇ ਕੋਈ ਬਹੁਤੀ ਬੰਦਗੀ ਰੱਬ ਦੀ ਕਰਦਾ ਸੀ ਨਾ, ਰੱਬ ਦੇ ਕਰੀਬ ਉਹ ਮਿਲਣ ਜਾਂਦਾ ਸੀ, ਪਰਖਣ ਵੀ ਇਹ ਸੱਚੀ ਰੱਬ ਦੇ ਕਰੀਬ ਹੋ ਗਿਆ। ਇਹ ਉਸ ਪਿਆਰੇ ਨੂੰ ਚੇਤੇ ਕਰਦੇ ਨੂੰ ਦਿਲਾਸਾ ਦੇ ਆਵਾਂ, ਤੈਨੂੰ ਮਿਲਣਗੇ ਪਰਮਾਤਮਾ ਜੀ। ਕਹਿੰਦੇ ਮੈਨੂੰ ਮਹਾਰਾਜ ਇੱਕ ਦਿਨ ਨਾਰਦ ਮੁਨੀ ਮਿਲੇ, ਮੈਂ ਨਾ ਪਛਾਣਿਆ। ਉਹਨਾਂ ਮੈਨੂੰ ਆਪਣਾ ਪਰਿਚੈ ਦਿੱਤਾ ਏ। ਪੀਨਾ ਹਾਥ ਭਗਤ ਮਹਿ ਪੀਨਾ, ਰੰਗੇ ਉਪਰੇ ਮੈਂ ਰੰਗ ਪਰ ਬੀਨਾ। ਮੈਂ ਜੰਗਲ ਵਿੱਚ ਚੌਂਕੜਾ ਲਾਇਆ, ਕਹਿੰਦੇ ਮੇਰੀਆਂ ਅੱਖਾਂ ਦੇ ਸਾਹਮਣੇ ਆਵਾਜ਼ ਆਈ ਨਾਰਾਇਣ ਨਾਰਾਇਣ। ਮੈਂ ਜਦੋਂ ਅੱਖਾਂ ਖੋਲੀਆਂ, ਕਹਿੰਦੇ ਮੇਰੇ ਸਾਹਮਣੇ ਇੱਕ ਸਾਬਤ ਸੂਰਤ ਮੂਰਤ, ਸੋਹਣੀ ਦਸਤਾਰ ਵੱਜੀ, ਲੰਬੇ ਲੰਬੇ ਕੇਸ ਉਸ ਦਸਤਾਰ 'ਚੋਂ ਲਟਕਦੇ ਆ, ਕਿਉਂਕਿ ਯੋਗੀਆਂ ਦੇ ਸਿਰਾਂ ਤੇ ਸਾਧੂਆਂ ਦੇ ਪਗੜੀਆਂ ਸੀ। ਹੱਥ ਦੇ ਵਿੱਚ ਬੀਣਾ ਫੜੀ ਹੋਈ ਹੈ। ਨਾਰਦ ਮੁਨੀ ਜੀ ਦਾ ਸਾਜ਼ ਹੈ ਬੀਣਾ। ਉਹ ਰੱਬ ਦੇ ਰੰਗ 'ਚ ਭਿੱਜ ਕੇ ਜਦੋਂ ਉਹਦੇ ਪਿਆਰ 'ਚ ਨੱਚਦੇ ਆ ਨਾ ਨਾਰਦ ਜੀ, ਉਹਦੇ ਰੰਗ 'ਚ ਨੱਚਦੇ ਆ।
ਤੇ ਉਹ ਬੀਣਾ ਵਜਾਉਂਦੇ ਆ। ਬੀਣਾ ਜਿਵੇਂ ਇੱਕ ਬੰਸਰੀ ਹੁੰਦੀ ਹੈ, ਇਸੇ ਤਰ੍ਹਾਂ ਇੱਕ ਬੀਣਾ ਸਾਜ਼ ਹੁੰਦਾ ਹੈ। ਕਹਿੰਦੇ ਉਹਨਾਂ ਨੇ ਬੀਣਾ ਵਜਾ ਕੇ ਮੇਰੀ ਸਮਾਧੀ ਖੋਲ੍ਹੀ, ਮੈਂ ਨੇਤਰ ਖੋਲ੍ਹ ਕੇ ਵੇਖਿਆ, ਮੈਂ ਕਿਹਾ ਆਪ ਜੀ ਕੌਣ? ਬੜੇ ਪਿਆਰ 'ਚ ਪੁੱਛਿਆ। ਮੈਨੂੰ ਕਹਿੰਦੇ ਮੈਂ ਉਸੇ ਸੱਜਣ ਦਾ ਸੱਜਣ ਹਾਂ ਜਿਹਨੂੰ ਚੇਤੇ ਕਰਦਾ ਆਖੋ ਸਤਨਾਮ। ਮੈਂ ਫੇਰ ਪੁੱਛਿਆ ਕੌਣ ਹੋ ਤੁਸੀਂ? ਕਹਿੰਦੇ ਮੈਨੂੰ ਦੁਨੀਆ ਨਾਰਦ ਕਹਿੰਦੀ ਹੈ। ਨਾਰਦ ਦਾ ਅਰਥ ਕੀ ਹੈ? ਜੋ ਰੱਬ ਦਾ ਕਰੀਬੀ ਹੈ, ਰੱਬ ਦਾ ਪਿਆਰਾ ਹੈ। ਕਹਿੰਦੇ ਮੈਂ ਵੇਖ ਕੇ ਉੱਠ ਪਿਆ, ਉਹਨਾਂ ਨੂੰ ਉਸੇ ਥਾਂ ਤੇ ਬਿਠਾਇਆ, ਮਿਲ ਕੇ ਮੈਨੂੰ ਬੜੀ ਖੁਸ਼ੀ ਹੋਈ। ਮੈਂ ਬਿਲੋਕ ਕਰ ਬੰਦਨ ਕੀਨੀ, ਹੈਵ ਕਿਰਪਾਲ ਤਿਨ ਆਸਖ ਦੀਨੀ। ਮੈਂ ਲੰਮਿਆਂ ਪੈ ਕੇ ਨਾਰਦ ਮੁਨੀ ਜੀ ਦੇ ਚਰਨਾਂ ਤੇ ਸੀਸ ਰੱਖਿਆ, ਮੱਥਾ ਟੇਕਿਆ, ਉਹਨਾਂ ਮੇਰੇ ਸਿਰ ਤੇ ਹੱਥ ਰੱਖਿਆ। ਕਹਿੰਦੇ ਜਿਉਂਦਾ ਰਹਿ ਤੈਨੂੰ ਰੱਬ ਮਿਲੇ। ਰੱਬ ਦੇ ਪਿਆਰਿਆਂ ਦੇ ਆਸ਼ੀਰਵਾਦ ਇਦਾਂ ਦੇ ਹੁੰਦੇ ਆ, ਤੇ ਸਾਡੇ ਵਰਗੇ ਕਲਯੁਗੀ ਜੀਵਾਂ ਦੇ ਜਾਂ ਰੱਬ ਤੈਨੂੰ ਮੁੰਡਾ ਦੇ, ਪਰਮਾਤਮਾ ਤੇਰਾ ਚੰਗੇ ਘਰ ਵਿਆਹ ਕਰਾਏ, ਤੈਨੂੰ ਕੋਠੀ ਮਿਲ ਜੇ, ਚੰਗੀ ਵਹੁਟੀ ਮਿਲ ਜੇ। ਕਿਉਂਕਿ ਜੋ ਚੀਜ਼ਾਂ 'ਚ ਅਸੀਂ ਫਸੇ ਉਹੀ ਦੱਸਾਂਗੇ ਲੋਕਾਂ ਨੂੰ। ਤੇ ਜਿਹੜਾ ਰੱਬ ਨਾਲ ਜੁੜਿਆ ਉਹ ਕੀ ਕਹਿੰਦਾ ਏ? ਤੇਰਾ ਰੱਬ ਚਿੱਤੇ ਆਵੇ ਤੈਨੂੰ, ਸੱਚੇ ਪਾਤਸ਼ਾਹ ਤੈਨੂੰ ਨਾਮ ਦੀ ਦਾਤ ਬਖਸ਼ੇ। ਇਹ ਸਾਧੂਆਂ ਦੇ ਆਸ਼ੀਰਵਾਦ ਨੇ। ਸਾਡੇ ਆਸ਼ੀਰਵਾਦ ਜਾ ਓਏ ਕੈਨੇਡਾ ਦਾ ਵੀਜ਼ਾ ਮਿਲ ਜੂ, ਜ਼ੁਬਾਨ ਆ ਮੇਰੀ, ਅਸੀਂ ਇੱਥੇ ਖੜੇ ਹਾਂ। ਕਹਿੰਦੇ ਨਾਰਦ ਮੁਨੀ ਨੇ ਮੈਨੂੰ ਇਹ ਆਖਿਆ ਤੈਨੂੰ ਰੱਬ ਚਿੱਤੇ ਆਵੇ, ਤੈਨੂੰ ਪ੍ਰਭੂ ਮਿਲੇ। ਜਦੋਂ ਇਹਨਾਂ ਨੇ ਬਚਨ ਆਖੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਗਏ, ਕਿਉਂਕਿ ਮੈਂ ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਹੋ। ਚਾਹ ਤੇ ਮੈਨੂੰ ਸੀ ਰੱਬ ਨੂੰ ਮਿਲਣ ਦਾ, ਪਰ ਅਜੇ ਮਿਲਿਆ ਹੀ ਨਹੀਂ। ਨਾਰਦ ਖੁਸ਼ ਹੋ ਕੇ ਮੇਰੇ ਕੋਲ ਬੈਠ ਕੇ ਪਿਆਰ ਦੇ ਬਚਨ ਆਖਣ ਲੱਗੇ ਨੇ। ਮੈਂ ਕਰ ਕੇ ਬੋ ਬਿਨੈ ਵਡਾਈ, ਕਛ ਪੂਛਨ ਹਿਤ ਗਿਰਾ ਆਲਾਈ। ਕਹਿੰਦੇ ਫਿਰ ਮੈਂ ਛਕਾਉਣਾ ਉਹਨਾਂ ਨੂੰ ਕੀ ਸੀ? ਕਿਉਂਕਿ ਉਹ ਰੋਟੀ ਪਾਣੀ ਤੇ ਥੋੜਾ ਚੱਲਦੇ ਆ। ਅਸੀਂ ਆ ਸੰਸਾਰੀ ਬੰਦੇ, ਘਰ ਆਏ ਰੋਟੀ ਨਾ ਪੁੱਛੋ ਤੇ ਜਾਈਦਾ ਨਹੀਂ। ਖਾਣਾ ਖਾਣਾ ਖਾਣਾ, ਹਰ ਵੇਲੇ ਕਿਸੇ ਦਾ ਕੰਮ ਬਣ ਗਿਆ ਕਰ ਪਾਰਟੀ, ਕਿਸੇ ਦਾ ਨੁਕਸਾਨ ਹੋ ਗਿਆ ਕਹਿੰਦੇ ਕੋਈ ਨਹੀਂ ਮੈਂ ਕਰ ਦੂੰ ਪਾਰਟੀ। ਖਾਣ ਪੀਣ ਤੇ ਖੜੇ ਆ। ਰੱਬ ਦੇ ਪਿਆਰੇ ਕੀ ਖੁਰਾਕ ਦਿੰਦੇ ਆ? ਉਹ ਕੋਲ ਬਹਿ ਕੇ ਰੱਬ ਦੀ ਮਹਿਮਾ ਸੁਣਾਉਂਦੇ ਆ। ਇਹ ਉਹਨਾਂ ਦਾ ਭੋਜਨ ਹੁੰਦਾ ਏ, ਬੰਦਗੀ। ਕਹਿੰਦੇ ਨਾਰਦ ਮੁਨੀ ਜੀ ਨੇ ਮੇਰੀ ਰਸਨਾ ਤੋਂ ਬੰਦਗੀ ਸੁਣੀ, ਆਪਣੀ ਰਸਨਾ ਤੋਂ ਸੁਣਾਈ। ਆਖਰਕਾਰ ਮੈਨੂੰ ਕਹਿੰਦੇ ਭਗਤਾ ਮੰਗ ਕੁਝ ਮੰਗਦਾ ਹੈ। ਨਾਰਦ ਮੁਨੀ ਆਉਂਦੇ ਸੀ ਪਰਖਣ ਵਾਸਤੇ ਵੀ ਰੱਬ ਨੂੰ ਹੀ ਮਿਲਣਾ ਚਾਹੁੰਦਾ ਹੈ ਜਾਂ ਪਦਾਰਥਾਂ ਨੂੰ। ਜਦੋਂ ਆਪਾਂ ਭਗਤਾਂ ਦਾ ਜੀਵਨ ਪੜ੍ਹਦੇ ਆ ਨਾ, ਧਰੂ ਤੇ ਪ੍ਰਹਿਲਾਦ ਦਾ, ਧਰੂ ਨੂੰ ਵੀ ਨਾਰਦ ਮੁਨੀ ਮਿਲਦੇ ਰਹੇ, ਕਹਿੰਦੇ ਦੱਸ ਰਾਜ ਦੇ ਦਈਏ, ਕਹਿੰਦਾ ਨਾ ਰੱਬ ਮਿਲਣਾ ਹੈ। ਪ੍ਰਹਿਲਾਦ ਨੂੰ ਵੀ ਆ ਕੇ ਨਾਰਦ ਮੁਨੀ ਮਿਲਦੇ ਰਹੇ, ਕਹਿੰਦੇ ਦੱਸ ਤੈਨੂੰ ਕੀ ਚਾਹੀਦਾ ਮੈਂ ਦੇ ਦਿੰਦਾ, ਅਥਾਰਟੀ ਹੈ ਸਾਰਾ ਕੁਝ ਦੇਣ। ਉਹ ਕਹਿੰਦੇ ਨਹੀਂ, ਜੇ ਕੁਝ ਕਰ ਸਕਦੇ ਹੋ ਸੱਜਣ ਨਾਲ ਮਿਲਾ ਦਿਓ, ਆਖੋ ਸਤਨਾਮ। ਹੋਰ ਨਹੀਂ ਚਾਹੀਦਾ ਕੁਝ। ਸਮਾਂ ਸਮਾਪਤ ਹੈ ਜੀ। ਨਾਰਦ ਮੁਨੀ ਸਾਹਮਣੇ ਸਵਾਲ ਜਵਾਬ ਹੋ ਰਹੇ ਨੇ। ਕਥਾ ਬੜੇ ਪ੍ਰੇਮ ਦੀ ਹੈ, ਬੜੇ ਸੋਹਣੇ ਪ੍ਰਸੰਗ ਅੱਗੇ ਤੋਂ ਅੱਗੇ ਨਿੱਤ ਆਉਂਦੇ ਆ। ਪਿਛਲੇ ਪ੍ਰਸੰਗ ਬੜੇ ਸੋਹਣੇ ਸੀ, ਅਗਲੇ ਬਹੁਤ ਸੋਹਣੇ ਆ। ਕਿਉਂਕਿ ਗੁਰੂ ਬਾਬਾ ਜੀ ਦੀ ਕਥਾ ਨਾ ਜਿਹੜੀ ਅੰਦਰ ਨੂੰ ਆਨੰਦਿਤ ਕਰ ਦਿੰਦੀ ਹੈ, ਅੰਦਰ ਭਿੱਜ ਜਾਂਦਾ ਸੁਣ ਕੇ। ਮਹਾਰਾਜ ਕਿਰਪਾ ਕਰਨ ਕਿਤੇ ਸਾਡੇ ਅੰਦਰ ਵੀ ਇਹ ਪਿਆਰ ਜਾਗੇ, ਇਹ ਨਿਮਰਤਾ ਆ ਜੇ,